ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਈ ਆਸਾ ਚਿੰਤ ਹਿਤਕਾਰੀ, ਸਦਾ ਸੁਭਾਗ ਸਹਿਤ ਸੁਖ ਭਾਈ। ਭਾਗਵਾਨ ਸੁਖ ਕੀ ਮੈਂ ਮਾਤਾ, ਪਤ ਕੀ ਪ੍ਰੀਤ ਹੈ ਸਭ ਭਾਂਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਉੱਪਰ ਆਰੰਭ ਤੋਂ ਹੀ ਪੜਿਓ। ਦਸਾਂ ਪਾਤਸ਼ਾਹੀਆਂ ਦੀ ਜੋਤ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, रोम रोम कोट ब्रह्मांड को निवास जास, मानस अवतार धार दर्श दिखाए हैं। ऐसे दीन दयाल सतगुरु जी दे पावन पवित्र अस्थान सचखंड दरबार गुरुद्वारा श्री बेर साहिब जी विखे सजे हुए सुंदर दीवान की हाजरी भर रही गुरु की साजी नवाजी हुई साध संगत जीओ, महाराज साहब जी ने कृपा की है, अपने अमृतमयी दर्शन बख्शिश किए। सत संगत का अमोलक सुभागा समा प्राप्त होया। अज साध संगत जी चौदस का दिहाड़ा है और वख-वख थावां ते गुरु कीआं संगतां चौदस के दिहाड़े ते गुरु चरनां की हाजरी भरदियां हन। विशेष करके श्री तरन तारण साहिब ज़्यादातर चौदस का दिन जिहड़ा है ये दिहाड़ा उत्थे ज़्यादा भरदा। और इस स्थान ते भी गुरुद्वारा श्री बेर साहिब जी विखे सुल्तानपुर लोधी की धरती ते भी गुरु कीआं संगतां चौदस के दिहाड़े ते भी हर रोज़ की तरह गुरु चरनां की हाजरी भरदियां हन। और कल नूं भादरों की मस्या का दिहाड़ा और साध संगत जी भादरों की मस्या तो एक दिन बाद धन श्री गुरु अर्जन देव साहब सच्चे पातशाह जी ने पंचम पातशाह गरीब नवाज साहब जी ने सचखंड श्री हरमंदर साहिब जी दे विच धन श्री गुरु ग्रंथ साहिब महाराज जी का पहला प्रकाश करवाया। इस करके ये जो भादरों महीने की मस्या है ये साध संगत जी ये नाल साडा बहुत वड्डा इतिहास जुड़िया होया। ये तो अगले दिन गुरु महाराज साहब जी ने यह दिन रखिया सी, सारी संगत दे विच हुक्मनामे भेजे सी, संगतां नूं ये दिन पक्का कराया सी कि भादरों महीने की मस्या तो अगले दिन सचखंड श्री हरमंदर साहिब जी दे विच श्री गुरु ग्रंथ साहिब जी का पहला प्रकाश किया जाएगा। ते हर साल ये दिहाड़ा भादरों सुदी एकम वाले दिन मनाया जाता है, जो मस्या तो अगले दिन सुदी एकम आरंभ होंदी है। 15 थित्तां वां ये मस्या तो लैके पुन्निया तीक ये सुधी चलती है, तो पुन्निया तो लै करके मस्या तीक वधी चलती है। तो ये साध संगत जी सुधी पक्ष है। मस्या तो अगले दिन सुधी एकम का दिन है। बिक्रमी संमत 1661 भादरों सुधी एकम वाला दिन ईसवी सन 1604 नूं
ਜਿਹੜਾ ਦਿਨ ਸਾਧ ਸੰਗਤ ਜੀ ਪਰਸੋਂ ਆ ਰਿਹਾ, ਇਸ ਦਿਨ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ। ਔਰ ਇਸ ਮਹੀਨੇ ਦੇ ਵਿੱਚ ਲਗਾਤਾਰ ਹੀ ਇਤਿਹਾਸਕ ਦਿਹਾੜੇ, ਹਰ ਸਾਲ ਹੀ ਅਨੇਕਾਂ ਇਤਿਹਾਸਕ ਦਿਹਾੜੇ ਆਉਂਦੇ। ਅੱਜ ਵੀ ਸਾਧ ਸੰਗਤ ਜੀ ਇਤਿਹਾਸਕ ਦਿਹਾੜਾ ਹੈ। ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਅੱਜ ਦੇ ਦਿਨ ਉਹਨਾਂ ਨੂੰ ਦਮਦਮੀ ਟਕਸਾਲ ਦੀ ਦਸਤਾਰਬੰਦੀ ਹੋਈ ਸੀ। 1977 ਈਸਵੀ ਔਰ 10 ਭਾਦਰੋਂ ਵਾਲੇ ਦਿਨ। ਤੋ ਇਸ ਪ੍ਰਕਾਰ ਦੇ ਨਾਲ ਕੱਲ ਨੂੰ ਮੱਸਿਆ ਦਾ ਦਿਹਾੜਾ ਤੇ ਪਰਸੋਂ ਨੂੰ ਮਹਾਰਾਜ ਦਾ ਪਹਿਲਾ ਪ੍ਰਕਾਸ਼ ਗੁਰਪੁਰਬ, ਤੇ ਉਹਦੇ ਤੋਂ ਅਗਲੇ ਦਿਨ ਗਰੀਬ ਨਵਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਦਿਹਾੜਾ। ਉਹ ਜਿਵੇਂ ਜਿਵੇਂ ਅੱਗੇ ਦਿਨ ਆ ਰਹੇ ਉਹਨਾਂ ਦੇ ਸੰਬੰਧ ਵਿੱਚ ਨਾਲ ਨਾਲ ਬੇਨਤੀ ਸਾਂਝੀ ਕੀਤੀ ਜਾਵੇ। ਤੋ ਲੜੀਵਾਰ ਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਗੁਰੂ ਜੀ ਦਾ ਪਵਿੱਤਰ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਮਹਾਰਾਜ ਸਾਹਿਬ ਜੀ 1 ਮਹੀਨਾ ਆਪਣੇ ਧਰਮ ਪਤਨੀ, ਆਪਣੇ ਮਹਿਲ ਮਾਤਾ ਸੁਲੱਖਣੀ ਜੀ ਦੇ ਸਮੇਤ ਆਪਣੇ ਪ੍ਰਕਾਸ਼ ਧਾਰਨ ਵਾਲੀ ਧਰਤੀ ਰਾਏ ਭੋਏ ਦੀ ਤਲਵੰਡੀ ਵਿੱਚ ਆਪਣੇ ਗ੍ਰਹਿ ਵਿਖੇ ਮਹਾਰਾਜ ਸਾਹਿਬ ਜੀ ਰਹਿ ਕੇ ਫਿਰ ਆਪਣੇ ਮਾਤਾ ਪਿਤਾ ਜੀ ਨੂੰ ਮਿਲ ਕਰਕੇ, ਰਾਏ ਬੁਲਾਰ ਜੀ ਨੂੰ ਮਿਲ ਕਰਕੇ, ਜਿਵੇਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਸਾਹਿਬ ਜੀ ਆਉਂਦੇ ਆ, ਇਹ ਸਾਧ ਸੰਗਤ ਜੀ ਗਾਥਾ ਅੱਜ ਆ ਰਹੀ ਹੈ। ਜਿਵੇਂ ਆਪਾਂ ਕੱਲ ਸਰਵਣ ਕੀਤਾ ਕਿ ਮਾਤਾ ਪਿਤਾ ਜੀ ਨੂੰ ਮਿਲਦਿਆਂ ਆ ਮਹਾਰਾਜ ਸਵਾਰੀ ਤੇ ਸਵਾਰ ਹੋ ਗਏ, ਤੇ ਜਦੋਂ ਸਵਾਰ ਹੋ ਕੇ ਚੱਲਣ ਲੱਗੇ ਤੇ ਪਿਤਾ ਜੀ ਨੇ ਬੜੀ ਸਿੱਖਿਆ ਦਿੱਤੀ। ਆਖਿਆ, ਪੁੱਤਰ ਹੁਣ ਤੂੰ ਵਿਆਹਿਆ ਗਿਆ ਤੇ ਹੁਣ ਰੁਪਈਏ ਇਕੱਠੇ ਕਰਿਆ ਕਰ, ਅੱਗੇ ਵਾਂਗੂ ਐਵੇਂ ਦਾਨੀ ਸੁਭਾਅ ਨਾ ਬਣਾ ਛੱਡੀ। ਹੁਣ ਪਰਿਵਾਰਾਂ ਦੇ ਖਰਚੇ ਦੀ ਵਿਚਾਰ ਕਰੀ, ਤੇਰੇ ਆਪਣੇ ਪਰਿਵਾਰ ਦਾ ਖਰਚਾ ਵੀ ਹੈ। ਹੁਣ ਤੂੰ ਸਹੁਰੇ ਘਰ ਵਿੱਚ ਵੀ ਜਾਇਆ ਕਰਨਾ ਵਾ, ਹੋਰ ਰਿਸ਼ਤੇਦਾਰੀਆਂ ਬਣਦੀਆਂ ਵਾ, ਉਹਨਾਂ ਰਿਸ਼ਤੇਦਾਰੀਆਂ 'ਤੇ ਵੀ ਜਾਣਾ, ਉੱਥੇ ਵੀ ਖਰਚਾ ਹੋਣਾ। ਇਸ ਕਰਕੇ ਹੁਣ ਧਨ ਇਕੱਠਾ ਕਰਕੇ ਰੱਖੀ, ਪਹਿਲਾਂ ਵਾਲੀ ਉਦਾਰਤਾ ਤਿਆਗ ਦਵੀਂ। ਹੁਣ ਗ੍ਰਸਤੀ ਮਨੁੱਖਾਂ ਦੇ ਰਸਤੇ 'ਤੇ ਚੱਲੀ, ਕਿਉਂਕਿ ਜਿਹੜਾ ਧਨੀ ਪੁਰਖ ਹੁੰਦਾ ਹੈ ਉਹ ਸਾਰਿਆਂ ਵਿੱਚ ਮੁਖੀਆ ਹੁੰਦਾ, ਤੇ ਧਨੀ ਜੇ ਬੇਸਮਝ ਵੀ ਹੋਵੇ ਉਹਨੂੰ ਸਾਰੇ ਸਿਆਣਾ ਕਹਿੰਦੇ ਆ। ਧਨੀ ਨੂੰ ਸਾਰੇ ਮਿਲਦੇ ਆ, ਚੰਗਾ ਸਮਝਦੇ। ਧਨ ਤੋਂ ਬਿਨਾਂ ਕੋਈ ਕਾਰਜ ਰਾਈ ਜਿੰਨਾ ਵੀ ਰਾਸ ਨਹੀਂ ਹੁੰਦਾ ਪੁੱਤਰ। ਜਿਵੇਂ ਸਰੀਰ ਪ੍ਰਾਣਾਂ ਦੇ ਆਸਰੇ ਤੇ ਚੱਲਦਾ ਹੈ, ਇਸੇ ਤਰ੍ਹਾਂ ਸੰਸਾਰ ਦੇ ਕਾਰੋਬਾਰ ਧਨ ਦੇ ਆਸਰੇ ਤੇ ਚੱਲਦੇ ਆ। ਜਿਵੇਂ ਪਾਣੀ ਤੋਂ ਬਿਨਾਂ ਤਾਲ ਸੋਭਣੀਕ ਨਹੀਂ ਹੈ, ਇਸੇ ਤਰ੍ਹਾਂ ਧਨ ਤੋਂ ਬਿਨਾਂ, ਦੌਲਤ ਤੋਂ ਬਿਨਾਂ ਇਨਸਾਨ ਸੋਭਾ ਨਹੀਂ ਪਾਉਂਦਾ ਸੰਸਾਰ ਵਿੱਚ। ਅਨੇਕ ਤਰ੍ਹਾਂ ਦੀਆਂ ਜੁਗਤੀਆਂ ਦਲੀਲਾਂ ਦੇ ਕਰਕੇ ਪਿਤਾ ਮਹਿਤਾ ਕਲਿਆਣ ਚੰਦ ਜੀ ਨੇ ਸਮਝਾਇਆ। ਇਸ ਤੋਂ ਅੱਗੇ ਕੀ ਹੋਇਆ, ਇਹ ਰਾਏ ਭੋਏ ਦੀ ਤਲਵੰਡੀ ਤੋਂ ਮਹਾਰਾਜ ਸਾਹਿਬ ਜੀ ਚੱਲ ਰਹੇ ਆਪਣੇ ਧਰਮ ਪਤਨੀ ਦੇ ਸਮੇਤ 1 ਮਹੀਨਾ ਰਹਿ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਵੱਲ ਨੂੰ ਇੱਧਰ ਨੂੰ ਆ ਰਹੇ ਆ। ਤੋ ਸ਼ਰਧਾ ਭਾਵਨਾ ਸਹਿਤ ਗੁਰੂ ਜੀ ਦਾ ਧਿਆਨ ਧਰਦਿਆਂ ਹੋਏ ਆ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਰਾ ਕੀਰਤੀ ਮਨ ਪਦ ਬੰਗਣਾ। ਇਸ ਤਰ੍ਹਾਂ ਕਹਿ ਕਰਕੇ ਜਦੋਂ ਪਿਤਾ ਜੀ ਨੇ ਸਮਝਾਇਆ ਤੇ ਗੁਰੂ ਸਾਹਿਬ ਜੀ ਨੇ ਆਖਿਆ, ਰਾਵਰ ਭਾਗਤ ਬਚਨ ਜਥਾ ਜੀ, ਭਲੀ ਬਾਤ ਪਿਤ ਕਰੂੰ ਤਥਾ ਜੀ। ਪਿਤਾ ਜੀ ਆਪ ਜੀ ਨੇ ਜਿਵੇਂ ਸਿੱਖਿਆ ਦਿੱਤੀ ਨਾ, ਬੜੀ ਚੰਗੀ ਗੱਲ, ਇਸੇ ਤਰ੍ਹਾਂ ਹੀ ਕਰਾਂਗੇ।
ਤਾਂ ਇਸ ਤਰ੍ਹਾਂ ਕਹਿ ਕੇ ਪਿਤਾ ਜੀ ਨੂੰ ਨਮਸਕਾਰ ਕੀਤੀ ਹੈ। ਆਪਣੇ ਬਾਲਕ ਲੋਕ ਨਿਕੰਦਨਾ ਦੁੱਖਾਂ ਨੂੰ ਕੱਟਣ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਰਸਤੇ ਤੇ ਚੱਲ ਪਏ। ਬਾਤ ਸੁਰਤਨੀ ਸਾਸੁ ਚਰਨਾ ਗੁਰੂ ਜੀ ਦੇ ਮਹਿਲ ਮਾਤਾ ਸੁਲੱਖਣੀ ਜੀ ਨੇ ਆਪਣੇ ਸੱਸ ਮਾਤਾ ਧੰਨ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ। ਵਿਰਤ ਸਨੇਹ ਸੰਗ ਕਰ ਕਰਨਾ ਮਾਤਾ ਤ੍ਰਿਪਤਾ ਜੀ ਬਹੁਤ ਕਿਰਪਾ ਕਰਕੇ, ਬਹੁਤ ਸਨੇਹ ਕਰਕੇ, ਪ੍ਰੇਮ ਕਰਕੇ ਮਿਲੇ ਹਨ। ਕਈ ਬਾਤ ਕਾ ਜਿਤਕਾਰੀ ਆਪਣੇ ਚਿੱਤ ਵਿੱਚੋਂ ਹਿੱਤ ਵਾਲੀ, ਪ੍ਰੇਮ ਵਾਲੀ ਅਸੀਸ ਦਿੱਤੀ ਹੈ ਮਾਤਾ ਤ੍ਰਿਪਤਾ ਜੀ ਨੇ ਆਪਣੀ ਨਹੁੰ ਸ੍ਰੀ ਸੁਲੱਖਣੀ ਜੀ ਦੇ ਤਾਈ। ਸਦਾ ਸੁਭਾਗ ਸਹਿਤ ਸੁਖ ਭਾਰੀ ਆਖਿਆ ਸਦਾ ਸੁਹਾਗਵੰਤੀ ਰਵੇ, ਵੱਡਾ ਭਾਰੀ ਸੁਖ ਪ੍ਰਾਪਤ ਹੋਵੇ। ਭਾਗਵਾਨ ਸੁਰਤ ਕੀ ਮੈਂ ਮਾਤਾ ਮਾਤਾ ਤ੍ਰਿਪਤਾ ਨੇ ਅਸੀਸ ਦਿੰਦਿਆਂ ਆਖਿਆ ਕਿ ਸੁਲੱਖਣੀ ਤੂੰ ਭਾਗਾਂ ਵਾਲੇ ਪੁੱਤਰ ਦੀ ਮਾਤਾ ਹੋਵੇਂ, ਭਾਵ ਤੇਰਾ ਪੁੱਤਰ ਭਾਗਾਂ ਵਾਲਾ ਹੋਵੇ। ਤੇ ਵਾਕਿਆ ਹੀ ਸਾਧ ਸੰਗਤ ਜੀ, ਜੋ ਮਾਂ ਨੇ ਅਸੀਸ ਦਿੱਤੀ ਹੈ ਨਾ ਸੱਸ ਮਾਤਾ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਕਿ ਭਾਗਾਂ ਵਾਲੇ ਪੁੱਤਰ ਦੀ ਮਾਤਾ ਹੋਵੇਂ, ਤੇ ਮਾਤਾ ਸੁਲੱਖਣੀ ਜੀ ਦੇ ਭਾਗਾਂ ਵਾਲੇ ਹੀ ਫਿਰ ਪੁੱਤਰ ਹੋਏ। ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਬਾਲ ਬ੍ਰਹਮਚਾਰੀ, ਮਹਾਨ ਜਪੀ ਤਪੀ, ਤੇ ਧੰਨ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ, ਦੋ ਸਾਹਿਬਜ਼ਾਦੇ ਜਗਤ ਗੁਰੂ ਜੀ ਦੇ। ਮਾਤਾ ਜੀ ਨੇ ਇਹ ਅਸੀਸ ਦਿੱਤੀ, ਭਾਗਵਾਨ ਸੁਤ ਕੀ ਹੋਵੈ ਮਾਤਾ, ਭਾਗਾਂ ਵਾਲੇ ਪੁੱਤਰ ਦੀ ਮਾਤਾ ਹੋਵੇਂ। ਬਾਤ ਕੀ ਪ੍ਰੀਤ ਕਰੈ ਸਭ ਕਾਂਤਾ ਤੇ ਸਭ ਤਰ੍ਹਾਂ ਦੇ ਨਾਲ, ਸਭ ਭਾਂਤੀ ਪਤੀ ਦੀ ਪ੍ਰੀਤ ਤੇਰੇ ਹਿਰਦੇ ਵਿੱਚ ਵਸੀ ਰਹੇ। ਛੱਡ ਲੋੜੇ ਗਮਨੀ ਮਨ ਮਾਹੀ ਇਸ ਤਰ੍ਹਾਂ ਆਪਣੇ ਸੱਸ ਮਾਤਾ ਧੰਨ ਮਾਤਾ ਤ੍ਰਿਪਤਾ ਜੀ ਦੀ ਅਸੀਸ ਲੈ ਕਰਕੇ ਮਾਤਾ ਸੁਲੱਖਣੀ ਜੀ ਡੋਲੇ ਵਿੱਚ ਸਵਾਰ ਹੋ ਕਰਕੇ ਚੱਲ ਪਏ। ਦੋ ਨਿਸ਼ ਵਿਚਰਨ ਜਿਨ ਨਾਹੀ ਦੋਹਾਂ ਪਾਸੇ ਵਿਛੜਨ ਦਾ ਜਿਨ੍ਹਾਂ ਦਾ ਹਿੱਤ ਨਹੀਂ ਸੀ, ਜੀ ਨਹੀਂ ਸੀ ਕਰਦਾ ਵਿਛੜਨ ਨੂੰ। ਮਾਤਾ ਸੁਲੱਖਣੀ ਜੀ ਦਾ ਵੀ ਆਉਣ ਨੂੰ ਜੀ ਨਹੀਂ ਸੀ ਕਰਦਾ, ਤੇ ਮਾਂ ਤ੍ਰਿਪਤਾ ਦਾ ਵੀ ਆਪਣੀ ਨਹੁੰ ਨੂੰ ਭੇਜਣ ਨੂੰ ਜੀ ਨਹੀਂ ਸੀ ਕਰਦਾ। ਪਰ ਕੈਸੀ ਵੇਖੋ ਅਸਚਰਜ ਲੀਲਾ ਹੈ, ਇੱਕੋ ਹੀ ਪੁੱਤ ਹੈ, ਇੱਕੋ ਹੀ ਨਹੁੰ ਹੈ, ਪਿਤਾ ਮਹਿਤਾ ਕਲਿਆਣ ਚੰਦ ਜੀ ਦੀ ਤੇ ਧੰਨ ਮਾਤਾ ਤ੍ਰਿਪਤਾ ਜੀ ਦੀ, ਪਰ ਮਾਤਾ ਪਿਤਾ ਉੱਥੇ ਆ ਤੇ ਪੁੱਤਰ ਤੇ ਨਹੁੰ ਇੱਥੇ। ਇਹ ਅੱਜ ਹੀ ਨਹੀਂ ਕਿ ਬੱਚੇ ਦੂਰ ਜਾਂਦੇ ਮਾਪਿਆਂ ਤੋਂ, ਉਸ ਵੇਲੇ ਵੀ ਵੇਖ ਲਓ ਇਸ ਤਰ੍ਹਾਂ ਦਾ ਸਮਾਂ। 1 ਮਹੀਨਾ ਰਹੇ ਆ ਮਹਾਰਾਜ ਸਾਹਿਬ ਜੀ ਆਪਣੇ ਵਿਆਹ ਤੋਂ ਬਾਅਦ ਆਪਣੇ ਮਾਤਾ ਪਿਤਾ ਜੀ ਦੇ ਪਾਸ। 1 ਮਹੀਨੇ ਤੋਂ ਬਾਅਦ ਫੇਰ ਇੱਥੇ ਆ ਗਏ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਦੋਵਾਂ ਪਾਸੇ ਕਹਿੰਦੇ ਵਿਛੜਨ ਨੂੰ ਜੀ ਨਹੀਂ ਸੀ ਕਰਦਾ। ਰਾਮ 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 ਜੀ ਗੁਰ ਸੁਲਤਾਨਾ ਤੇ ਹੌਲੀ ਹੌਲੀ ਜਿਹੜਾ ਸਫ਼ਰ ਹੈ ਉਹ ਤੈਅ ਕਰਦਿਆਂ ਹੋਇਆਂ ਨੰਬਰਵਾਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਸਾਹਿਬ ਜੀ ਪਹੁੰਚ ਗਏ। ਦੀਨ ਦਾਨ ਦਇਆ ਨਿਧਾਨਾ ਜੋ ਗਰੀਬਾਂ ਨੂੰ ਦਾਨ ਦੇਣ ਦੇ ਦਾਤੇ ਹਨ ਤੇ ਦਇਆ ਦੇ ਖਜ਼ਾਨੇ ਆ, ਜਿਨ੍ਹਾਂ ਦਾ ਹਿਰਦਾ ਦਇਆ ਨਾਲ ਭਰਿਆ ਹੋਇਆ ਹੈ, ਉਹ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆ ਪਹੁੰਚੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਧਾਮ ਰਾਮ ਨਾਨਕੀ ਗੁਰੂ ਜਿਸ ਥਾਂ ਤੇ ਕਹਿੰਦੇ ਘਰ ਹੈ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦਾ, ਜਿੱਥੇ ਘਰ ਦੇ ਵਿੱਚ ਹਨ ਬੇਬੇ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਦੋਵੇਂ ਜਾਣੇ। ਪਤਨ ਮਿਲੋਗਤ ਅਰਥੇ ਸੁਰੂ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਘਰ ਦੇ ਵਿੱਚ ਪਹਿਲਾਂ ਆ ਗਏ। ਮਾਤਾ ਸੁਲੱਖਣੀ ਜੀ ਦਾ ਡੋਲਾ ਪਿੱਛੇ ਆ ਰਿਹਾ। ਜਦੋਂ ਭਾਈਆ ਜੈ ਰਾਮ ਜੀ ਨੇ ਤੇ ਬੇਬੇ ਨਾਨਕੀ ਜੀ ਨੇ ਤੱਕਿਆ ਹੈ ਨਾ ਮੁਖੜਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ, ਤੇ ਚਿਹਰੇ ਨੂੰ ਵੇਖਦਿਆਂ ਹੋਏ ਆ ਬਹੁਤ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ। ਸਾਧ ਦੌਰ ਗਰੀਬਨ ਕੰਦਰ ਬਹੁਤ ਸਤਿਕਾਰ ਦੇ ਨਾਲ ਬੇਬੇ ਨਾਨਕੀ ਜੀ ਨੇ ਦੌੜ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ। ਨਾਨਕ ਕਰੇ ਲੋਕ ਲੋਕ
ਪਰ ਅਗਲੇ ਪਾਸਿਓਂ ਦੁੱਖਾਂ ਨੂੰ ਕੱਟਣ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਭੈਣ ਜੀ ਦੇ ਦੋਵੇਂ ਹੱਥ ਫੜ ਲਏ। ਉਹ ਚਰਨਾਂ ਤੇ ਨਮਸਕਾਰ ਕਰਨ ਲੱਗੇ ਜਿਸ ਵੇਲੇ, ਕਿਉਂਕਿ ਬੇਬੇ ਜੀ ਭਾਵੇਂ ਉਮਰ ਵਿੱਚ 5 ਸਾਲ ਵੱਡੇ ਸੀ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਦਿਆ ਕਰਦੇ ਸਨ। ਇਤਿਹਾਸ ਨੇ ਆਖਿਆ ਕਿ ਪਰਿਵਾਰ ਦੇ ਵਿੱਚੋਂ ਸਭ ਤੋਂ ਪਹਿਲਾਂ ਭੈਣ ਜੀ ਨੇ ਪਛਾਣਿਆ ਗੁਰੂ ਸਾਹਿਬ ਜੀ, ਤੇ ਦੂਸਰੇ ਪਾਸੇ ਰਾਏ ਬੁਲਾਰ ਜੀ ਨੇ ਸਭ ਤੋਂ ਪਹਿਲਾਂ ਪਛਾਣਿਆ। ਪਰਿਵਾਰ ਵਿੱਚੋਂ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਨੇ ਪਛਾਣਿਆ। ਹੁਣ ਸਰੀਰਕ ਕਾਰਬਲਾ ਦੇ ਵਿੱਚ 5 ਸਾਲ ਵੱਡੇ ਆ, ਪਰ ਮਹਾਰਾਜ ਦੇ ਚਰਨੀ ਨਮਸਕਾਰ ਕਰਦੇ ਸਨ। ਜਦੋਂ ਆਏ ਆ ਉਹਨਾਂ ਨੇ ਚਰਨਾਂ ਤੇ ਬੰਦਨਾ ਕੀਤੀ ਤੇ ਮਹਾਰਾਜ ਨੇ ਕਰ ਪਕੜੇ ਜੁਗ, ਦੋਵੇਂ ਹੱਥ ਫੜ ਲਏ ਆ। ਦੁੱਖਾਂ ਨੂੰ ਕੱਟਣ ਵਾਲੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਰਾਜੀ ਖੁਸ਼ੀ ਪੁੱਛੀ ਹੈ, ਸਵਾਲ ਜਵਾਬ ਰਾਜੀ ਖੁਸ਼ੀ ਗੱਲਬਾਤ ਕਰਕੇ ਤੇ ਫਿਰ ਪਲੰਗ ਤੇ ਬੈਠ ਗਏ ਹਨ। ਆਪਣੇ ਭੈਣ ਜੀ ਨੂੰ ਉਹਨਾਂ ਦੇ ਪੇਕੇ ਨਗਰ ਦੇ ਸੰਦੇਸ਼ੇ ਦਿੱਤੇ ਆ, ਸਨੇਹੇ ਦਿੱਤੇ ਆ ਮਾਤਾ ਪਿਤਾ ਦੇ। ਮਾਤਾ ਪਿਤਾ ਦੀ ਜੋ ਸੁੱਖ ਸ਼ਾਂਤ ਹੈ ਉਹ ਦੱਸੀ ਹੈ, ਉੱਥੋਂ ਦੀ ਗੱਲਬਾਤ ਸਾਰੀ ਸੁਣਾਈ ਹੈ। ਇੰਨੇ ਚਿਰ ਨੂੰ ਫਿਰ ਧੰਨ ਮਾਤਾ ਸੁਲੱਖਣੀ ਜੀ ਉਹ ਵੀ ਘਰ ਦੇ ਵਿੱਚ ਪ੍ਰਵੇਸ਼ ਕਰ ਗਏ, ਉਹਨਾਂ ਦਾ ਡੋਲਾ ਆ ਗਿਆ ਹੈ। ਜਦੋਂ ਤੱਕਿਆ ਇਹਨਾਂ ਆਪਣੀ ਭਰਜਾਈ ਨੂੰ ਬੇਬੇ ਨਾਨਕੀ ਜੀ ਨੇ, ਤੇ ਬੇਬੇ ਨਾਨਕੀ ਜੀ ਦਾ ਚਿਹਰਾ ਕਮਲ ਫੁੱਲ ਦੀ ਤਰ੍ਹਾਂ ਖਿੜ ਗਿਆ ਹੈ ਆਪਣੇ ਭਰਜਾਈ ਜੀ ਨੂੰ ਵੇਖ ਕਰਕੇ। ਤੇ ਬੰਦਨਾ ਕਰਦਿਆਂ ਹੋਇਆਂ, ਸਤਿਕਾਰ ਕਰਦਿਆਂ ਹੋਇਆਂ ਬੇਬੇ ਨਾਨਕੀ ਜੀ ਨੇ ਆਪਣੇ ਗਲ ਨਾਲ ਲਾਇਆ ਹੈ ਆਪਣੀ ਭਰਜਾਈ ਜੀ ਨੂੰ। ਇੰਨਾ ਪ੍ਰੇਮ ਕੀਤਾ, ਇੰਨਾ ਚਾਅ ਚੜਿਆ ਬੇਬੇ ਨਾਨਕੀ ਜੀ ਨੂੰ, ਕਹਿੰਦੇ ਜਿਵੇਂ ਕੋਈ ਜਨਮ ਤੋਂ ਕੰਗਾਲ ਹੋਵੇ, ਜਨਮ ਤੋਂ ਗਰੀਬ ਹੋਵੇ, ਤੇ ਜਿਵੇਂ ਉਹਨੂੰ 9 ਨਿਧੀਆਂ ਦਾ ਖਜ਼ਾਨਾ ਮਿਲ ਜਾਵੇ। 9 ਨਿਧੀਆਂ ਮਿਲ ਜਾਣ ਕਿਸੇ ਜਨਮ ਤੋਂ ਹੀ ਜੋ ਗਰੀਬ ਹੈ, ਤੇ ਜਿਵੇਂ ਉਸ ਨੂੰ ਖੁਸ਼ੀ ਹੁੰਦੀ ਹੈ ਆਪਣੀ ਭਰਜਾਈ ਨੂੰ ਮਿਲ ਕਰਕੇ, ਇੰਨੀ ਖੁਸ਼ੀ ਹੋਈ ਆ ਬੇਬੇ ਨਾਨਕੀ ਜੀ ਨੂੰ। ਤੇ ਸੋਹਣਾ ਪੀੜਾ ਘਰ ਦੇ ਵਿੱਚ ਡਾਹ ਦਿੱਤਾ ਹੈ, ਉਹਦੇ ਉੱਤੇ ਸੋਹਣੀ ਤਲਾਈ ਵਿਛਾ ਦਿੱਤੀ ਹੈ, ਤੇ ਉਸ ਪੀੜੇ ਦੇ ਉੱਤੇ ਬੇਬੇ ਨਾਨਕੀ ਜੀ ਨੇ ਆਪਣੇ ਭਰਜਾਈ ਜੀ ਨੂੰ, ਧੰਨ ਮਾਤਾ ਸੁਲੱਖਣੀ ਜੀ ਨੂੰ ਬਿਠਾਇਆ। ਭਾਈ ਬਾਲਾ ਜੀ ਕਹਿੰਦੇ ਆ, ਇਤਿਹਾਸ ਸੁਣਾਉਂਦੇ ਹੋਏ ਆ, ਸੁਣੀਐ ਸ੍ਰੀ ਅੰਗਦ ਕਹੇ ਬਾਲਾ, ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸੁਣੋ ਕਿ ਜਦੋਂ ਮੈਂ ਖਬਰ ਸੁਣੀ ਨਾ, ਮੈਨੂੰ ਖਬਰ ਮਿਲ ਗਈ ਮੋਦੀ ਖਾਨੇ ਦੇ ਵਿੱਚ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਪਣੇ ਮਹਿਲਾ ਦੇ ਸਮੇਤ, ਆਪਣੇ ਧਰਮ ਪਤਨੀ ਦੇ ਸਮੇਤ ਘਰ ਦੇ ਵਿੱਚ ਆ ਪਹੁੰਚੇ। ਰਾਏ ਭੋਏ ਦੀ ਤਲਵੰਡੀ ਤੋਂ ਆ ਗਏ ਆ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਜਦੋਂ ਮੈਂ ਮੋਦੀ ਖਾਨੇ ਵਿੱਚ ਇਹ ਖਬਰ ਸੁਣੀ, ਭਾਈ ਬਾਲਾ ਜੀ ਕਹਿੰਦੇ ਆ ਕਿ ਮੈਂ ਵੀ ਉਸੇ ਵੇਲੇ ਚੱਲ ਪਿਆ ਮਿਲਣ ਵਾਸਤੇ, ਕਿਉਂਕਿ ਮਹੀਨਾ ਹੋ ਚੁੱਕਾ ਸੀ ਗੁਰੂ ਸਾਹਿਬ ਜੀ ਨੂੰ ਗਿਆ ਹੋਇਆ। ਇਸ ਕਰਕੇ ਮੁਕਤੀ ਦਾਤੇ ਜਿੱਥੇ ਬੈਠੇ ਸਨ ਘਰ ਦੇ ਵਿੱਚ, ਉੱਥੇ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਮੈਂ ਮੋਦੀ ਖਾਨੇ ਵਿੱਚੋਂ ਚੱਲ ਪਿਆ, ਕਿਉਂਕਿ ਮੇਰੇ ਹਿਰਦੇ ਵਿੱਚ ਵੀ ਬਹੁਤ ਜ਼ਿਆਦੀ ਦਰਸ਼ਨਾਂ ਦੀ ਲਾਲਸਾ ਸੀ। ਤੇ ਜਦੋਂ ਮੈਂ ਵੇਖਿਆ ਨਾ ਜਾ ਕਰਕੇ ਘਰ ਦੇ ਵਿੱਚ ਬੇਦੀ ਕੁਲ ਦੇ ਸੁਪੁੱਤਰ, ਬੇਦੀ ਕੁਲ ਵਿੱਚ ਪ੍ਰਗਟ ਹੋਣ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਤੇ ਮਹਾਰਾਜ ਸਾਹਿਬ ਜੀ ਦੇ ਸੋਹਣੇ ਚਰਨਾਂ ਕਮਲਾਂ ਦੇ ਉੱਤੇ ਬੰਦਨਾ ਕੀਤੀ, ਮੱਥਾ ਟੇਕਿਆ।
ਤੇ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਇਹ ਬਚਨ ਕੀਤਾ ਬਖਸ਼ਿਸ਼ ਰੂਪ ਕੇ ਭਾਈ ਬਾਲਾ ਜੀ ਤੁਹਾਨੂੰ ਚਿੱਤ ਵਿੱਚ ਕਰਤਾਰ ਯਾਦ ਰਵੇ, ਤੁਹਾਡੇ ਚਿੱਤ ਵਿੱਚ ਕਰਤਾਰ ਦਾ ਚਿੰਤਨ ਵਸਿਆ ਰਵੇ। ਇਹ ਸਭ ਤੋਂ ਵੱਡੀ ਦਾਤ ਹੈ ਸਾਧ ਸੰਗਤ, ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ, ਇਹ ਸਭ ਤੋਂ ਵੱਡੀ ਅਸੀਸ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਕਿ ਬੰਦੇ ਦੇ ਚਿੱਤ ਦੇ ਵਿੱਚੋਂ ਕਰਤਾਰ ਭੁੱਲ ਗਿਆ, ਇਨਸਾਨ ਦੇ ਚਿੱਤ ਦੇ ਵਿੱਚੋਂ ਭਗਵਾਨ ਭੁੱਲ ਗਿਆ, ਮਨੁੱਖ ਦੇ ਚਿੱਤ ਦੇ ਵਿੱਚੋਂ ਪਰਮਾਤਮਾ ਭੁੱਲ ਗਿਆ ਹੈ, ਪਦਾਰਥ ਹੀ ਚੇਤੇ ਰਹਿ ਗਿਆ। ਤੇ ਜਦੋਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਆਪਣੀ ਰਹਿਮਤ ਕਰਦੇ ਆ, ਫਿਰ ਜੀਵ ਦੇ ਚਿੱਤ ਦੇ ਵਿੱਚ ਪਰਮਾਤਮਾ ਦਾ ਨਾਮ ਚੇਤੇ ਆਉਂਦਾ। ਤੇ ਸਤ ਸੰਗਤ ਇਸੇ ਕਰਕੇ ਮਹਾਰਾਜ ਨੇ ਕਾਇਮ ਕੀਤੀ ਆ ਕਿ ਭੁੱਲਿਆ ਹੋਇਆਂ ਜੀਵਾਂ ਨੂੰ ਪਰਮਾਤਮਾ ਚੇਤੇ ਆ ਜਾਵੇ। ਇਹ ਚੇਤੇ ਕਰਨ ਵਾਸਤੇ ਹੀ ਹੈ। ਸਤਿਗੁਰੂ ਕਹਿੰਦੇ ਵੀ ਪਦਾਰਥ ਹਰ ਵੇਲੇ ਚੇਤੇ ਆ, ਧੀਆਂ ਪੁੱਤਰ ਹਰ ਵੇਲੇ ਚੇਤੇ ਆ, ਪਦਾਰਥ ਹਰ ਵੇਲੇ ਚੇਤੇ ਆ, ਬਾਕੀ ਸਾਰਾ ਕੁਝ ਚੇਤੇ ਆ। ਜੇ ਭੁੱਲ ਗਿਆ ਤੇ ਪ੍ਰਮਾਤਮਾ ਹੀ ਭੁੱਲ ਗਿਆ। ਪਦਾਰਥ ਸਾਰੇ ਚੇਤੇ ਆ, ਦਾਤਾਂ ਸਾਰੀਆਂ ਚੇਤੇ ਆ, ਪਰ ਜਿਨਨੇ ਦਾਤਾਂ ਦਿੱਤੀਆਂ ਉਹ ਭੁੱਲ ਗਿਆ। ਦਾਤਾਂ ਲਈਆਂ ਵੀ ਉਹਦੇ ਕੋਲੋਂ ਹੀ ਆ, ਮੰਗ ਮੰਗ ਕੇ ਵੀ ਲਈਆਂ। ਕੁਝ ਤਾਂ ਉਹਨੇ ਆਪਣੀ ਖੁਸ਼ੀ ਨਾਲ ਹੀ ਦੇ ਦਿੱਤੀਆਂ, ਬਿਨਾਂ ਮੰਗਣ ਤੋਂ ਵੀ ਦੇ ਦਿੱਤੀਆਂ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਵਾ ਕਿ ਪਰਮੇਸ਼ਰ ਦੀ ਇਸ ਕਰਕੇ ਵੀ ਵਡਿਆਈ ਵੱਡੀ ਆ ਕਿ ਉਹ ਬਿਨਾਂ ਮੰਗਣ ਤੋਂ ਵੀ ਦਾਨ ਦੇ ਰਿਹਾ। ਬਹੁਤ ਕੁਝ ਸਾਨੂੰ ਬਿਨਾਂ ਮੰਗਣ ਤੋਂ ਮਿਲਿਆ ਤੇ ਬਹੁਤ ਕੁਝ ਅਸੀਂ ਸੰਸਾਰ ਦੇ ਜੀਵ ਮੰਗ ਕੇ ਵੀ ਲੈਂਦੇ ਆ। ਹਰ ਕੀ ਵਡਿਆਈ ਵੱਡੀ ਹੈ, ਅਣ ਮੰਗਿਆ ਦਾਨ ਦੇਵਣਾ। ਬਿਨਾਂ ਮੰਗਿਆ ਤੋਂ ਦਾਨ ਦਿੰਦਾ, ਪਰ ਉਹ ਦਾਨ ਤਾਂ ਦੇ ਦਿੱਤਾ ਉਹਨੇ, ਹੁਣ ਦਾਨ ਹੀ ਚੇਤੇ ਰਹਿ ਗਿਆ, ਦੇਣ ਵਾਲਾ ਭੁੱਲ ਗਿਆ। ਇਸ ਨੂੰ ਬਾਣੀ ਚ ਮਹਾਰਾਜ ਨੇ ਇਸ ਤਰ੍ਹਾਂ ਕਥਨ ਕੀਤਾ ਵੀ ਦਾਤ ਪਿਆਰੀ ਵਿਸਰਿਆ ਦਾਤਾਰਾ। ਪਰ ਸਤਿਗੁਰੂ ਕਹਿੰਦੇ ਭਾਈ ਸਤ ਸੰਗਤ ਇਸ ਕਰਕੇ ਚੇਤੇ ਕਰਨੀ ਆ, ਸਤ ਸੰਗਤ ਵਿੱਚ ਇਸ ਕਰਕੇ ਆਉਣਾ, ਸਤ ਸੰਗਤ ਇਸ ਕਰਕੇ ਕਰਨੀ ਆ ਵੀ ਜਿੰਨੀਆਂ ਦਾਤਾਂ ਦਿੱਤੀਆਂ ਨਾ ਗੁਰੂ ਸਾਹਿਬ ਜੀ ਨੇ, ਪਰਮੇਸ਼ਰ ਨੇ, ਉਹਨਾਂ ਦਾਤਾਂ ਨੂੰ ਚੇਤੇ ਕਰਕੇ ਇੱਕ ਤਾਂ ਸ਼ੁਕਰਾਨਾ ਕਰਨਾ ਮਹਾਰਾਜ ਸਾਹਿਬ ਜੀ ਦਾ ਕਿ ਇਹ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਮੈਨੂੰ ਬੰਦਾ ਬਣਾਇਆ। 84 ਲੱਖ ਜੂਨ ਦੇ ਵਿੱਚੋਂ ਮੈਨੂੰ ਤੁਸੀਂ ਮਨੁੱਖਾ ਜਨਮ ਦਿੱਤਾ, ਇਹ ਵੀ ਤੁਹਾਡੀ ਬਖਸ਼ਿਸ਼ ਹੈ। ਇਹ ਆਪ ਜੀ ਦਾ ਸ਼ੁਕਰਾਨਾ ਹੈ ਕਿ ਤੁਸੀਂ ਮੈਨੂੰ ਮਨੁੱਖਾ ਦੇ ਹੀ ਦਿੱਤੀ। ਤੇ ਇਹ ਸਤਿਗੁਰੂ ਫਿਰ ਪਰਿਵਾਰ ਦਿੱਤਾ, ਤੁਸੀਂ ਧਨ ਦੌਲਤ ਦਿੱਤੀ, ਅਨੇਕਾਂ ਦਾਤਾਂ ਦਿੱਤੀਆਂ। ਇਹਨਾਂ ਦਾਤਾਂ ਦਾ ਸ਼ੁਕਰਾਨਾ ਕਰਨਾ ਤੇ ਸੰਗਤ ਇਸ ਕਰਕੇ ਹੈ ਵੀ ਦਾਤਾ, ਇਹ ਦਾਤਿਆ ਤੂੰ ਦਾਤਾਂ ਤੇ ਇੰਨੀਆਂ ਦਿੱਤੀਆਂ, ਤੇਰਾ ਵੀ ਚੇਤਾ ਮੇਰੇ ਹਿਰਦੇ ਵਿੱਚ ਵਸੇ, ਮੈਨੂੰ ਤੂੰ ਵੀ ਚੇਤੇ ਆਵੇਂ। ਇਹ ਨਾ ਹੋਵੇ ਵੀ ਪਦਾਰਥ ਹੀ ਚੇਤੇ ਰਹਿ ਜਾਣ, ਦਾਤਾਂ ਹੀ ਚੇਤੇ ਰਹਿ ਜਾਣ ਤੇ ਦਾਤਿਆ ਤੂੰ ਭੁੱਲ ਹੀ ਜਾਵੇਂ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਇਹ ਮੰਗ ਮੰਗਣੀ ਆ ਗੁਰੂ ਸਾਹਿਬ ਜੀ ਦੇ ਪਾਸੋਂ। ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਮਾਰੇ ਕਹਿੰਦੇ ਭਾਈ ਉਹ ਵਿਸਰਨਾ ਹੀ ਨਹੀਂ ਚਾਹੀਦਾ ਜਿਹਨੇ ਸਾਰਾ ਕੁਝ ਦਿੱਤਾ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਜਿਸ ਨੇ ਜੀਵਨ ਦਿੱਤਾ, ਜਿਹਦੇ ਆਸਰੇ ਤੇ ਜਿਉਂ ਰਹੇ ਆ, ਜਿਹਦੇ ਆਸਰੇ ਤੇ ਸਾਹ ਲੈ ਰਹੇ ਆ, ਜਿਹਦੇ ਆਸਰੇ ਤੇ ਸਾਰਾ ਕੁਝ ਮਿਲਿਆ, ਜਿਨਨੇ ਕਿਰਪਾ ਕਰਕੇ ਸਭ ਬਖਸ਼ਿਸ਼ਾਂ ਕੀਤੀਆਂ, ਉਹ ਕਿਉਂ ਭੁੱਲੇ, ਉਹ ਕਿਉਂ ਵਿਸਰੇ। ਪਰ ਇਹ ਜਦੋਂ ਗੁਰੂ ਕੀ ਕਿਰਪਾ ਹੋਵੇ ਉਸ ਵੇਲੇ ਹੀ ਵਾਹਿਗੁਰੂ ਦਾ ਚੇਤਾ ਆਉਂਦਾ ਹੈ, ਨਹੀਂ ਤੇ ਮਹਾਰਾਜ ਕਹਿੰਦੇ ਬਾਕੀ ਸਾਰਾ ਕੁਝ ਚੇਤੇ ਹੈ, ਪ੍ਰਮਾਤਮਾ ਭੁੱਲਿਆ ਹੋਇਆ। ਤੇ ਸਤ ਸੰਗਤ ਹੈ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ, ਪਰਮੇਸ਼ਰ ਦਾ ਚੇਤਾ ਕਰਨ ਵਾਸਤੇ। ਤੇ ਮਹਾਰਾਜ ਸਾਹਿਬ ਜੀ ਕਰੜਾਈ ਦੇ ਨਾਲ ਵੀ ਬਚਨ ਕਰਦੇ, ਸਾਨੂੰ ਅਸਲੀਅਤ ਦੱਸਦੇ ਹੋਏ ਆ। ਕਈ ਵਾਰੀ ਪ੍ਰੇਮ ਨਾਲ ਵੀ ਸਮਝਾਉਂਦੇ ਆ ਤੇ ਕਈ ਵਾਰੀ ਗੁਰਬਾਣੀ ਵਿੱਚ ਤਾੜਨਾ ਨਾਲ ਵੀ ਸਮਝਾਉਂਦੇ ਆ ਵੀ ਤੂੰ ਚੇਤੇ ਕਿਉਂ ਨਹੀਂ ਕਰਦਾ। ਗਰੀਬ ਨਵਾਜ ਕਹਿੰਦੇ ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਪ੍ਰਾਣਾ ਧਾਰੀ, ਰਾਤ ਦਿਨ ਦੇ ਵਿੱਚ ਪਰਮੇਸ਼ਰ ਨੂੰ ਚੇਤੇ ਕਰ। ਮਹਾਰਾਜ ਰਾਤ ਦਿਨ ਦੇ ਵਿੱਚ ਹੀ ਚੇਤੇ ਕਰੀਏ, ਇੰਨੀ ਸਖਤੀ ਕਿਉਂ ਕਰਦੇ ਹੋ?
ਸਤਿਗੁਰੂ ਕਹਿੰਦੇ ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਜਿਵੇਂ ਤਰੇੜ ਆਏ ਹੋਏ ਟੁੱਟੇ ਘੜੇ ਵਿੱਚੋਂ ਪਾਣੀ ਸਿਮ ਸਿਮ ਕੇ ਤੇ ਉਹ ਖਾਲੀ ਹੋ ਜਾਂਦਾ ਨਾ, ਤੇਰੇ ਵੀ ਬੰਦਿਆ ਸਵਾਸ ਘਟਦੇ ਜਾਂਦੇ ਆ, ਵਾਹਿਗੁਰੂ ਨੂੰ ਚੇਤੇ ਕਰ ਲਾ। ਸਮਾਂ ਨਹੀਂ ਮਿਲਣਾ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੁ ਆਵੈ ਕੇ ਨਾ ਆਵੈ ਰਾਮ। ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਏ ਤਾਲ, ਪਾਸ਼ੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੈ ਕਾਲ। ਤੋ ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਜਦੋਂ ਭਾਈ ਬਾਲਾ ਜੀ ਨੇ ਚਰਨਾਂ ਕਮਲਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ, ਤੇ ਜਗਤ ਗੁਰੂ ਜੀ ਨੇ ਬਖਸ਼ਿਸ਼ ਕਰਦਿਆਂ ਬਚਨ ਕੀਤਾ, ਚਿਤ ਕਰਤਾਰ ਰਹਿ ਕਹਿ ਬਾਣੀ। ਮਹਾਰਾਜ ਕਹਿੰਦੇ ਭਾਈ ਬਾਲਿਆ ਤੇਰੇ ਚੇਤੇ ਵਿੱਚ ਕਰਤਾਰ ਵਸਿਆ ਰਵੇ, ਤੈਨੂੰ ਕਰਤਾਰ ਦਾ ਚੇਤਾ ਸਦਾ ਰਹੇ। ਤੇ ਮਹਾਰਾਜ ਸਾਹਿਬ ਨੇ ਫਿਰ ਰਾਜੀ ਖੁਸ਼ੀ ਪੁੱਛੀ, ਆਖਿਆ ਭਾਈ ਬਾਲਿਆ ਤੰਦਰੁਸਤ ਵਾਂ, ਰਾਜੀ ਖੁਸ਼ੀ ਆ ਸਭ। ਇਸ ਤਰ੍ਹਾਂ ਕਿਰਪਾ ਕੀਤੀ ਆਪ ਜੀ ਨੇ। ਭਾਈ ਬਾਲਾ ਜੀ ਕਹਿੰਦੇ ਆ ਕਿ ਮੈਂ ਬੇਨਤੀ ਕੀਤੀ ਵੀ ਸਤਿਗੁਰੂ ਜੀ ਨਿਤਾ ਪ੍ਰਤੀ ਐ ਰਾਜੀ ਖੁਸ਼ੀ ਹੈ, ਸਭ ਚੜ੍ਹਦੀ ਕਲਾ ਹੈ। ਮਹਾਰਾਜ ਮੇਰੇ ਤੇ ਤਾਂ ਆਪ ਜੀ ਨੇ ਐਸੀ ਕਿਰਪਾ ਕੀਤੀ ਆ, ਮੇਰੇ ਤਾਂ ਸਾਰੇ ਦੁੱਖ ਇੱਕੇ ਵਾਰੀ ਤੁਸੀਂ ਕੱਟ ਦਿੱਤੇ ਆ। ਆਪ ਜੀ ਨੇ ਐਸੀ ਮਿਹਰ ਦੀ ਦ੍ਰਿਸ਼ਟੀ ਪਾਈ ਆ, ਮੇਰੇ ਸਾਰੇ ਦੁੱਖੜੇ ਇੱਕੇ ਵਾਰੀ ਆਪ ਜੀ ਨੇ ਕੱਟ ਦਿੱਤੇ ਹਨ। ਮਹਾਰਾਜ ਮੈਂ ਤਾਂ ਆਪ ਜੀ ਦਾ ਧਿਆਨ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਇਸ ਕਰਕੇ ਹੁਣ ਤਿੰਨੇ ਤਾਪ ਮੇਰੇ ਸਰੀਰ ਦੇ ਲਾਗੇ ਨਹੀਂ ਆਉਂਦੇ। ਮੈਂ ਆਪ ਜੀ ਦਾ ਧਿਆਨ ਹਿਰਦੇ ਵਿੱਚ ਧਾਰਿਆ ਹੋਇਆ, ਵਸਾਇਆ ਹੋਇਆ ਹੈ। ਤੇ ਆਦਿ ਵਿਆਧੀ ਉਪਾਧੀ ਮਨ ਬਾਣੀ ਸਰੀਰ ਦਾ ਤਾਪ, ਇਹ ਤਿੰਨੇ ਹੀ ਤਾਪ ਮੇਰੇ ਸਰੀਰ ਨੂੰ ਨਹੀਂ ਸਪਰਸ਼ ਕਰਦੇ। ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਗੁਰੂ ਜੀ ਦੇ ਜਾ ਕੇ ਦਰਸ਼ਨ ਕੀਤੇ ਨਾ ਘਰ ਵਿੱਚ, ਤੇ ਫਿਰ ਨਗਰ ਸਾਰੇ ਨੂੰ ਹੌਲੀ ਹੌਲੀ ਪਤਾ ਲੱਗ ਗਿਆ, ਸੁਲਤਾਨਪੁਰ ਲੋਧੀ ਨੂੰ। ਤੇ ਫਿਰ ਜਿੰਨੇ ਗੁਰੂ ਸਾਹਿਬ ਜੀ ਦੇ ਪ੍ਰੇਮੀ ਸੀ ਨਾ, ਜਿਹੜੇ ਮੋਦੀ ਖਾਨੇ ਤੇ ਆ ਕੇ ਦਰਸ਼ਨ ਕਰਿਆ ਕਰਦੇ ਸਨ, ਉਹ ਜਿੰਨੇ ਗੁਰੂ ਕੇ ਪ੍ਰੇਮੀ ਸਨ ਸਾਰੇ ਹੀ ਸੁਲਤਾਨਪੁਰ ਲੋਧੀ ਸਾਰੀ ਨਗਰੀ ਦੇ ਗੁਰੂ ਜੀ ਦੇ ਪ੍ਰੇਮੀ ਮਹਾਰਾਜ ਦੇ ਘਰ ਦੇ ਵਿੱਚ ਸਾਰੇ ਇਕੱਠੇ ਹੋ ਕੇ ਦਰਸ਼ਨ ਕਰਨ ਵਾਸਤੇ ਆਏ। ਸਾਰਿਆਂ ਨੇ ਮੁਕਤੀ ਦਾਤੇ ਦੇ ਚਰਨਾਂ ਕਮਲਾਂ ਤੇ ਨਮਸਕਾਰਾਂ ਕੀਤੀਆਂ, ਵੰਦਨਾ ਕੀਤੀਆਂ। ਸੁੱਖਾਂ ਦੇ ਦਾਤੇ, ਸੁੱਖਾਂ ਦੇ ਬੱਦਲ, ਸੁੱਖਾਂ ਦਾ ਮੀਂਹ ਵਰਾ ਦੇਣ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਦਾ ਆਦਰ ਮਾਣ ਕੀਤਾ, ਸਾਰਿਆਂ ਨੂੰ ਬਣਦਾ ਸਨਮਾਨ ਦਿੱਤਾ। ਉਹ ਪਹਿਲਾ ਦਿਨ ਜਿਸ ਦਿਨ ਆਏ ਸੀ ਨਾ ਇੱਥੇ ਮਹਾਰਾਜ, ਇਸ ਤਰ੍ਹਾਂ ਮਿਲਦਿਆਂ ਮਿਲਾਉਂਦਿਆਂ ਹੀ ਸਾਰਾ ਦਿਨ ਲੰਘ ਗਿਆ। ਪਰਿਵਾਰ ਮਿਲਿਆ, ਭਾਈ ਬਾਲਾ ਜੀ ਆ ਕੇ ਮਿਲੇ, ਨਗਰ ਦੇ ਹੋਰ ਮਾਈ ਭਾਈ ਪ੍ਰੇਮੀ ਸ਼ਰਧਾਲੂ ਆ ਕੇ ਮਿਲੇ, ਤੇ ਸਾਰਾ ਦਿਨ ਬੀਤ ਗਿਆ। ਸੰਧਿਆ ਵੇਲਾ ਹੋ ਗਿਆ, ਸ਼ਾਮਾਂ ਪੈ ਗਈਆਂ, ਆਕਾਸ਼ ਦੇ ਵਿੱਚ ਹਨੇਰਾ ਫੈਲ ਗਿਆ। ਤੇ ਧੰਨ ਬੇਬੇ ਨਾਨਕੀ ਜੀ ਨੇ ਅਨੇਕ ਪ੍ਰਕਾਰ ਦੇ ਫਿਰ ਭੋਜਨ ਤਿਆਰ ਕੀਤੇ ਹਨ। ਬੇਬੇ ਨਾਨਕੀ ਜੀ ਨੇ ਆਪ ਨੇੜੇ ਬੈਠ ਕੇ ਤੇ ਅਨੇਕ ਪ੍ਰਕਾਰ ਦੇ ਜੋ ਭੋਜਨ ਸਵਾਦਲੇ ਤਿਆਰ ਕੀਤੇ ਸੀ, ਆਪ ਜੀ ਨੇ ਛਕਾਉਣਾ ਕੀਤੇ। ਰਾਤ ਪੈ ਗਈ ਹੈ, ਰਾਤ ਦੇ ਵਿੱਚ ਫਿਰ ਆਪ ਜੀ ਨੇ ਵਿਸ਼ਰਾਮ ਕੀਤਾ। ਜਿਸ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਬਹੁਤੇ ਦਾਸਾਂ ਦੀ ਕਲਿਆਣ ਕੀਤੀ, ਬਹੁਤੇ ਦਾਸਾਂ ਨੂੰ ਮੁਕਤੀ ਦੀ ਦਾਤ ਦਿੱਤੀ। ਜਿਸ ਵੇਲੇ ਸਵਾ ਪਹਿਰ ਰਾਤ ਰਹਿੰਦੀ ਹੈ ਨਾ, ਫਿਰ ਮਹਾਰਾਜ ਸਾਹਿਬ ਜੀ ਨੇ ਨੀਂਦ ਨੂੰ ਤਿਆਗ ਦਿੱਤਾ ਹੈ। ਹੁਣ ਉੱਠੇ ਆ ਆਪਣੇ ਆਸਣ ਤੋਂ, ਜਿਨ੍ਹਾਂ ਦਾ ਦਰਸ਼ਨ ਸ਼ਾਂਤੀ ਦਾ ਦਾਤਾ ਹੈ, ਜਿਨ੍ਹਾਂ ਦਾ ਦਰਸ਼ਨ ਸ਼ਾਂਤੀ ਦੇਣ ਵਾਲਾ ਹੈ, ਹਿਰਦੇ ਵਿੱਚ ਠੰਡ ਪਾਉਣ ਵਾਲਾ, ਚੈਨ ਦੇਣ ਵਾਲਾ ਹੈ। ਫਿਰ ਸਰੀਰਕ ਕਿਰਿਆ ਸੋਧੀ ਹੈ,
ਦਾਤਨ ਆਦਿਕ ਕੀਤੀ ਹੈ, ਸਾਰੀ ਸੋਚਾਚਾਰ ਕਰਕੇ ਫਿਰ ਇਸ਼ਨਾਨ ਕੀਤਾ ਹੈ। ਆਸਨ ਕਰਤਾ ਸੇਜ ਜਾਨਾ ਇਸ਼ਨਾਨ ਕਰਕੇ ਬਸਤਰ ਪਹਿਨ ਕੇ ਫਿਰ ਆਪਣੇ ਆਸਨ ਤੇ ਚੌਂਕੜਾ ਲਾ ਕੇ ਬੈਠ ਗਏ ਤੇ ਆਪਣੇ ਧਿਆਨ ਦੇ ਵਿੱਚ ਲੀਨ ਹੋ ਗਏ। ਨਿਜ ਧਿਆਨ ਨਾਲ ਮਹਾਰਾਜ ਆਪਣੇ ਧਿਆਨ ਵਿੱਚ ਲੀਨ ਹੋ ਗਏ। ਸਿੱਖ ਤਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਧਿਆਨ ਵਿੱਚ ਲੀਨ ਹੁੰਦਾ ਤੇ ਗੁਰੂ ਸਾਹਿਬ ਜੀ ਆਪਣੇ ਧਿਆਨ ਵਿੱਚ ਹੀ ਲੀਨ ਹੁੰਦੇ। ਗੁਰੂ ਸਾਹਿਬ ਜੀ ਨੇ ਕਿਹਦਾ ਧਿਆਨ ਕਰਨਾ? ਕਿਉਂਕਿ ਪਰਮੇਸ਼ਰ ਨੇ ਤੇ ਆਪਣੇ ਧਿਆਨ ਵਿੱਚ ਹੀ ਲੀਨ ਹੋਣਾ ਹੈ। ਗੁਰ ਪਰਮੇਸ਼ਰ ਏਕੋ ਜਾਨ, ਨਾਨਕ ਸੋਧੇ ਸਿਮਰਿਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਮਹਾਰਾਜ ਸਾਹਿਬ ਜੀ ਆਪਣੇ ਧਿਆਨ ਦੇ ਵਿੱਚ ਹੀ, ਆਪਣੇ ਆਪੇ ਦੇ ਵਿੱਚ ਹੀ ਲੀਨ ਹੋ ਗਏ। ਜਦੋਂ ਹਨੇਰਾ ਨੱਸ ਗਿਆ ਤੇ ਸਵੇਰਾ ਹੋ ਗਿਆ, ਦਿਨ ਚੜ੍ਹੇ, ਫਿਰ ਮਹਾਰਾਜ ਸਾਹਿਬ ਜੀ ਮੋਦੀਖਾਨੇ ਵੱਲ ਨੂੰ ਚੱਲ ਪਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੁਣ ਮਹੀਨੇ ਤੋਂ ਉੱਪਰ ਦਿਨ ਹੋ ਗਏ ਆ ਕੁਝ ਮੋਦੀਖਾਨੇ ਤੋਂ, ਕਿਉਂਕਿ ਪਹਿਲਾਂ ਮਹਾਰਾਜ ਦਾ ਆਨੰਦ ਕਾਰਜ ਸੀ, ਵਿਆਹ ਸੀ ਉਧਰਲੇ ਪਾਸੇ। ਹਫਤਾ ਲੰਘ ਗਿਆ ਸੀ ਆਉਂਦਿਆਂ ਜਾਂਦਿਆਂ, 3 ਦਿਨ ਤਾਂ ਉੱਥੇ ਹੀ ਰਹੇ ਸੀ ਬਟਾਲੇ ਦੀ ਧਰਤੀ ਤੇ ਆਉਂਦਿਆਂ ਜਾਂਦਿਆਂ ਵੀ ਰਾਤਾਂ ਲੱਗੀਆਂ, ਹਫਤਾ ਪੂਰਾ ਲੰਘ ਗਿਆ ਸੀ। ਉਸ ਤੋਂ ਬਾਅਦ 2 ਰਾਤਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹੇ ਸਨ। 9-10 ਦਿਨ ਹੋ ਗਏ। ਫਿਰ 1 ਮਹੀਨਾ ਮਹਾਰਾਜ ਰਾਏ ਭੋਏ ਦੀ ਤਲਵੰਡੀ ਰਹੇ। 1 ਮਹੀਨਾ ਤੇ 10 ਦਿਨ ਹੋ ਗਏ। 1 ਰਾਤ ਫੇਰ ਇੱਥੇ ਆ ਕੇ ਰਹੇ। ਇਸ ਕਰਕੇ 1 ਮਹੀਨਾ ਤੇ 11 ਕੁ ਦਿਨ ਦਾ ਸਮਾਂ ਹੋ ਗਿਆ ਵਾ। ਮਹਾਰਾਜ ਸਾਹਿਬ ਜੀ ਮੋਦੀਖਾਨੇ ਵਿੱਚ ਨਹੀਂ ਗਏ। ਤੇ ਹੁਣ ਗਰੀਬ ਨਵਾਜ਼ ਸਾਹਿਬ ਜੀ ਇਹ ਰਾਏ ਭੋਏ ਦੀ ਤਲਵੰਡੀ ਤੋਂ ਇੱਥੇ ਜਦੋਂ ਆਏ ਆ ਤੇ 1 ਰਾਤ ਬੀਤਣ ਤੋਂ ਬਾਅਦ ਦੂਜੇ ਦਿਨ ਹੁਣ ਸਤਿਗੁਰੂ ਜੀ ਦਿਨ ਚੜ੍ਹੇ ਤੋਂ ਮੋਦੀਖਾਨੇ ਵੱਲ ਨੂੰ ਚੱਲੇ। ਹੁਣ ਜਾ ਕੇ ਮਹਾਰਾਜ ਬੈਠ ਗਏ ਆ ਮੋਦੀਖਾਨੇ ਦੇ ਵਿੱਚ, ਗੁਰਦੁਆਰਾ ਸ੍ਰੀ ਹੱਟ ਸਾਹਿਬ ਵਾਲੇ ਅਸਥਾਨ ਤੇ ਉਸੇ ਤਰ੍ਹਾਂ ਗਰੀਬ ਨਵਾਜ਼ ਮੋਦੀਖਾਨੇ ਦਾ ਕੰਮ ਕਰਨ ਲੱਗੇ। ਜਿਵੇਂ ਕਹਿੰਦੇ ਵੀ ਰਾਜੇ ਦੌਲਤ ਖਾਂ, ਨਰੇਪੀ ਲਿਖਿਆ ਹੈ ਕਵੀ ਜੀ ਨੇ, ਭਾਵ ਨਵਾਬ ਜੋ ਦੌਲਤ ਖਾਂ ਲੋਧੀ ਹੈ ਉਹਦਾ ਜੋ ਇਹ ਮੋਦੀਖਾਨੇ ਦਾ ਕੰਮਕਾਰ ਹੈ, ਲੈਣਾ ਦੇਣਾ, ਉਹਦੇ ਤੋਂ ਜੋ ਕੁਝ ਲੈ ਕਰਕੇ ਆਉਣਾ ਤੇ ਅੱਗੇ ਫਿਰ ਲੋਕਾਂ ਨੂੰ ਦੇਣਾ, ਇਹ ਸਾਰੀ ਕਾਰ ਕਰਨ ਲੱਗੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਮੋਦੀਖਾਨੇ ਦਾ ਕੰਮਕਾਰ ਕਰਦਿਆਂ ਜਦੋਂ ਕੁਝ ਸਮਾਂ ਬਤੀਤ ਕੀਤਾ, ਥੋੜੇ ਹੀ ਦਿਨ ਲੰਘੇ ਆ ਤੇ ਮਹਾਰਾਜ ਦੇ ਸਤਿਕਾਰਯੋਗ ਸਹੁਰਾ ਸਾਹਿਬ ਜੀ ਬਾਬਾ ਮੂਲ ਚੰਦ ਜੀ ਪਟਵਾਰੀ, ਪੱਖੋ ਕੇ ਰੰਧਾਵਿਆਂ ਦੇ ਪਟਵਾਰੀ, ਹੁਣ ਬਾਬਾ ਮੂਲ ਚੰਦ ਜੀ ਆਪਣੀ ਪੁੱਤਰੀ ਨੂੰ ਲੈਣ ਵਾਸਤੇ ਆ ਗਏ। ਹਾਂਜੀ, ਇੱਥੇ ਆ ਕੇ ਬਾਬਾ ਮੂਲ ਚੰਦ ਜੀ 2 ਦਿਨ ਰਹੇ ਆ, ਭਾਵ 2 ਰਾਤਾਂ ਰਹੇ ਤੇ ਫਿਰ ਤੀਸਰੇ ਦਿਨ ਆਪਣੀ ਸੁਪੁੱਤਰੀ ਸ੍ਰੀ ਸੁਲੱਖਣੀ ਜੀ ਨੂੰ ਨਾਲ ਲੈ ਕਰਕੇ ਚੱਲ ਪਏ। ਬਾਬਾ ਮੂਲ ਚੰਦ ਜੀ ਬਹੁਤ ਹਿਰਦੇ ਵਿੱਚ ਉਤਸ਼ਾਹ ਦੇ ਸਹਿਤ ਹੋ ਕਰਕੇ ਆਪਣੀ ਧੀ ਨੂੰ ਨਾਲ ਲੈ ਕਰਕੇ ਹੌਲੀ ਹੌਲੀ ਕ੍ਰਮ ਸਹਿਜੇ ਸਹਿਜੇ ਸਾਰਾ ਸਫ਼ਰ ਤੈਅ ਕਰਦਿਆਂ ਹੋਇਆਂ ਆਪਣੇ ਘਰ ਵਿੱਚ ਪਹੁੰਚ ਗਏ। ਜਿਵੇਂ ਕਹਿੰਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ ਪਹਿਲਾਂ ਜਿਵੇਂ ਉਦਾਰਤਾ ਸੀ ਨਾ, ਦਾਨੀ ਸੁਭਾਅ, ਖੁੱਲ੍ਹ ਦਿਲੀ, ਸਭ ਗਰੀਬਾਂ ਨੂੰ ਖੁੱਲ੍ਹਾ ਸੌਦਾ ਦੇਣਾ, ਤੇਰਾ ਤੇਰਾ ਕਹਿ ਕਰਕੇ, ਉਹ ਪਹਿਲਾਂ ਵਾਲੀ ਜਿਹੜੀ ਖੁੱਲ੍ਹ ਦਿਲੀ ਹੈ, ਉਦਾਰਤਾ ਹੈ, ਸਖੀਪਣ ਹੈ। ਸੁੱਖਾਂ ਦੇ ਸਮੁੰਦਰ ਉਸੇ ਤਰ੍ਹਾਂ ਹੀ ਹੁਣ ਉਦਾਰਤਾ ਜਿਹੜੀ ਉਹ ਪ੍ਰਗਟ ਕਰਨ ਲੱਗੇ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਜਿਵੇਂ ਗੰਗਾ ਜਿਹੜੀ ਹੈ ਉਹ ਪੂਰਬ ਦੀ ਤਰਫ ਨੂੰ ਹੀ ਵਗਦੀ ਹੈ, ਕਦੇ ਵੀ ਕਹਿੰਦੇ ਪੱਛਮ ਵੱਲ ਨੂੰ ਨਹੀਂ ਵਗਦੀ ਹੈ। ਗੰਗਾ ਦਾ ਸੁਭਾਅ ਹੈ ਉਹ
ਪੂਰਬ ਵੱਲ ਨੂੰ ਹੀ ਉਹਦਾ ਵਹਾਅ ਵਗਦਾ ਹੈ। ਜਿਉ ਸੂਰਜ ਕੋ ਧਰਮ ਸੁਭਾਵ, ਜਿਵੇਂ ਸੂਰਜ ਦਾ ਧਰਮ ਹੈ ਸੋਭਨੀਕ, ਸਦਾ ਤਿਉ ਤਿਵਨ ਕੋ ਕਹਿ ਸਾਵਨ। ਉਹ ਸਦਾ ਹਨੇਰੇ ਨੂੰ ਹੀ ਦੂਰ ਕਰਦਾ ਹੈ। ਇਸ ਕਰਕੇ ਸੂਰਜ ਦਾ ਸੁਭਾਅ ਜਿਹੜਾ ਬਦਲ ਨਹੀਂ ਸਕਦਾ। ਸੂਰਜ ਹਨੇਰਾ ਪੈਦਾ ਨਹੀਂ ਕਰਦਾ, ਸੂਰਜ ਹਨੇਰੇ ਨੂੰ ਦੂਰ ਹੀ ਕਰਦਾ ਹੈ। ਇਹ ਉਹਦਾ ਧਰਮ ਹੈ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੋਦੀ ਖਾਨੇ ਵਿੱਚ ਬੈਠੇ ਆ ਤੇ ਮਹਾਰਾਜ ਸਾਹਿਬ ਜੀ ਗਰੀਬਾਂ ਦੇ ਕਸ਼ਟ ਨਿਵਾਰ ਰਹੇ ਆ, ਗਰੀਬਾਂ ਦੀ ਗਰੀਬੀ ਕੱਟ ਰਹੇ ਆ, ਕੰਗਾਲਾਂ ਦੀ ਕੰਗਾਲੀ ਦੂਰ ਕਰੀ ਜਾਂਦੇ ਆ। ਤੇ ਕੱਲੀ ਬਾਹਰਲੀ ਨਹੀਂ ਕਰਦੇ, ਅੰਦਰ ਦੀ ਵੀ ਕਰਦੇ ਆ। ਇੱਕ ਬਾਹਰ ਦੀ ਗਰੀਬੀ, ਇੱਕ ਅੰਦਰ ਦੀ ਹੈ। ਅੰਦਰ ਮਨੁੱਖ ਦਾ ਹਿਰਦਾ ਜਿਹੜਾ ਹੈ ਉਹ ਗਿਆਨ ਤੋਂ ਹੀਣਾ ਹੋਣੇ ਕਰਕੇ ਵੀ ਕੰਗਾਲ ਹੈ, ਨਾਮ ਤੋਂ ਹੀਣਾ ਹੋਣੇ ਕਰਕੇ ਵੀ ਕੰਗਾਲ ਹੈ, ਨਾਮ ਰੂਪੀ ਧਨ ਤੋਂ ਵੀ ਇਹ ਸਖਣਾ ਹੋਣੇ ਕਰਕੇ ਕੰਗਾਲ ਹੈ, ਤੇ ਸੰਸਾਰੀ ਦੌਲਤ ਤੋਂ ਸਖਣਾ ਹੋਣੇ ਕਰਕੇ ਬਾਹਰੀ ਕੰਗਾਲ ਹੈ। ਸਤਿਗੁਰੂ ਬਾਹਰਲੀ ਕੰਗਾਲੀ ਵੀ ਦੂਰ ਕਰਦੇ ਆ ਤੇ ਨਾਮ ਦੀ ਦਾਤ ਦੇ ਕੇ ਅੰਦਰਲੀ ਕੰਗਾਲੀ ਵੀ ਦੂਰ ਕਰਦੇ ਆ। ਬਾਹਰੋਂ ਵੀ ਅਮੀਰ ਬਣਾਉਂਦੇ ਆ ਤੇ ਅੰਦਰੋਂ ਵੀ ਅਮੀਰ ਬਣਾਉਂਦੇ ਆ। ਨਾਮ ਧਨ ਵੀ ਦਿੰਦੇ ਆ, ਸੰਸਾਰੀ ਧਨ ਵੀ ਦਿੰਦੇ ਆ। ਕਹਿੰਦੇ ਜਿਵੇਂ ਗੰਗਾ ਦਾ ਸੁਭਾਅ ਹੈ ਨਾ ਪੂਰਬ ਵੱਲ ਨੂੰ ਵਗਣਾ, ਕਦੇ ਪੱਛਮ ਵੱਲ ਨੂੰ ਨਹੀਂ ਵਗਦੀ, ਉਲਟੀ ਨਹੀਂ ਵਗਦੀ ਹੈ ਗੰਗਾ। ਜਿਵੇਂ ਸੂਰਜ ਦਾ ਧਰਮ ਹੈ ਸੋਭਨੀਕ ਕਿ ਸਦਾ ਹਨੇਰੇ ਨੂੰ ਹੀ ਦੂਰ ਕਰਦਾ ਹੈ, ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਵੀ ਸੁਭਾਅ ਹੈ ਕਿ ਉਹ ਰੰਕਾਂ ਦੇ ਗਰੀਬਾਂ ਦੇ ਕਸ਼ਟ ਨਿਵਰਤ ਕਰਨ ਵਾਸਤੇ ਹੀ ਆਏ ਹਨ। ਜੋ ਸਦਾ ਹੀ ਆਪਣੇ ਦਾਸਾਂ ਨੂੰ ਉਬਾਰਦੇ ਆ, ਬਚਾਉਂਦੇ ਆ, ਉਬਾਰਦੇ ਆ, ਉੱਚਾ ਚੁੱਕਦੇ ਆ ਆਪਣੇ ਸੇਵਕਾਂ ਨੂੰ। ਜਿਵੇਂ ਕਹਿੰਦੇ ਕਲਪ ਬ੍ਰਿਸ਼ ਦਾ, ਇਹ ਸਵਰਗ ਦੇ ਰੁੱਖ ਦਾ ਸ੍ਰੇਸ਼ਟ ਸੁਭਾਅ ਹੈ ਵੀ ਜਿਹੜਾ ਕਲਪ ਬ੍ਰਿਸ਼ ਦੇ ਥੱਲੇ ਬੈਠ ਕਰਕੇ ਉਹਦੇ ਤੋਂ ਜੋ ਮੰਗੇ ਨਾ ਸੰਸਾਰੀ ਪਦਾਰਥ, ਤੇ ਉਹ ਕਲਪ ਬ੍ਰਿਸ਼ ਸੰਸਾਰੀ ਪਦਾਰਥ ਦੇਣ ਤੋਂ ਖਾਲੀ ਨਹੀਂ ਛੱਡਦਾ ਹੈ, ਸੰਸਾਰੀ ਪਦਾਰਥ ਦਿੰਦਾ ਹੈ। ਇਸੇ ਤਰ੍ਹਾਂ ਕੋਈ ਵੀ ਗਰੀਬ ਆ ਕਰਕੇ ਤੇ ਆ ਕੇ ਅਰਥਨਾ ਕਰਦਾ ਹੈ ਨਾ, ਜਾਚਨਾ ਕਰਦਾ ਹੈ, ਕੋਈ ਵੀ ਮੰਗ ਮੰਗਦਾ ਹੈ ਮੋਦੀ ਖਾਨੇ ਵਿੱਚ ਆ ਕੇ, ਸਾਰਿਆਂ ਨੂੰ ਸਾਰੇ ਪਦਾਰਥ ਦਿੰਦੇ ਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਦਾ ਚਿਹਰਾ ਪੂਰਨਮਾਸ਼ੀ ਦੇ ਚੰਦਰਮਾ ਦੀ ਤਰ੍ਹਾਂ ਪ੍ਰਕਾਸ਼ਮਈ ਹੈ। ਕਹਿੰਦੇ ਦੌਲਤ ਖਾਂ ਲੋਧੀ ਦੇ ਪਾਸੋਂ ਤੇ ਥੋੜਾ ਹੀ ਖਰਚਾ ਜਿਹੜਾ ਲਿਆਉਂਦੇ ਹਨ, ਪਰ ਗਰੀਬਾਂ ਨੂੰ ਬਹੁਤਾ ਵੰਡੀ ਜਾਂਦੇ ਆ ਤੇ ਮੋਦੀ ਖਾਨੇ ਵਿੱਚ ਬਹੁਤਾ ਜ਼ਿਆਦਾ ਸਾਜੋ ਸਮਾਨ ਹੁੰਦਾ, ਘਟਦਾ ਹੀ ਨਹੀਂ, ਉਹ ਵਧੀ ਜਾਂਦਾ ਹੈ। ਉੱਥੋਂ ਥੋੜਾ ਹੀ ਲੈ ਕੇ ਆਉਂਦੇ ਆ ਸੌਦਾ, ਪਰ ਮੋਦੀ ਖਾਨੇ ਵਿੱਚ ਉਹ ਵਧੀ ਜਾਂਦਾ ਹੈ, ਉਹ ਬੇਅੰਤ ਹੋ ਜਾਂਦਾ ਹੈ। ਸਾਰਾ ਦਿਨ ਮਹਾਰਾਜ ਸਾਹਿਬ ਮੋਦੀ ਖਾਨੇ ਵਿੱਚ ਗਰੀਬਾਂ ਦੀਆਂ ਝੋਲੀਆਂ ਹੀ ਭਰਦੇ ਆ, ਲੋੜਵੰਦਾਂ ਦੀਆਂ ਝੋਲੀਆਂ ਹੀ ਭਰਦੇ ਆ, ਹੋਰ ਕੋਈ ਕੰਮ ਨਹੀਂ ਕਰਦੇ ਹਨ। ਸਾਰਾ ਦਿਨ ਲੰਘ ਜਾਂਦਾ ਦਾਨ ਦਿੰਦਿਆਂ ਹੀ, ਕਿਉਂਕਿ ਦਾਤੇ ਆ ਨਾ, ਤੇ ਦਾਤਾ ਹੀ ਦਾਨ ਦਿੰਦਾ ਹੈ, ਤੇ ਸਤਿਗੁਰੂ ਦਾਤੇ ਆ। ਬਾਕੀ ਸਾਰਾ ਸੰਸਾਰ ਅਸੀਂ ਮੰਗਤੇ ਆ, ਅਸੀਂ ਭਿਖਾਰੀ ਆ ਗੁਰੂ ਸਾਹਿਬ ਜੀ ਦੇ ਦਰ ਦੇ। ਜਗਤ ਭਿਖਾਰੀ ਫਿਰਤ ਹੈ, ਜਗਤ ਭਿਖਾਰੀ ਫਿਰਤ ਹੈ, ਜਗਤ ਭਿਖਾਰੀ ਫਿਰਤ ਹੈ, ਜਗਤ ਭਿਖਾਰੀ ਫਿਰਤ ਹੈ। ਸਭ ਕੋ ਦਾਤਾ ਰਾਮ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇਹ, ਕਹੋ ਨਾਨਕ ਮਨ ਸਿਮਰ ਤੇਹ, ਪੂਰਨ ਹੋਵਹਿ ਕਾਮ, ਪੂਰਨ ਹੋਵਹਿ ਕਾਮ,
दद्दा दाता एक है, दद्दा दाता एक है। सब को दे मनहार, सब को दे मनहार। देंदे टोट न आवई, देंदे टोट न आवई। अगणित भरे पंडार, अगणित भरे पंडार। सारा दिन महाराज साहब जी का गुजरता है, बतीत हुंदा है दान देंदियां होए। सतगुरु दाते आ ते बाकी सारी सृष्टि मंगती है गुरु साहब जी के दर की। जाचक अनेक सो एक दिवैया, इको ही देण वाले आ गुरु साहब जी परमेश्वर। गुर परमेश्वर एको जान, बाकी सारा संसार गुरु दे दर दा भिखारी है, मंगता है। मन हो पुन तन धार निज। कहते कि जानो कि पुन ने शरीर धारण करके अपना कीनी आन दुकान आके दुकान की है सुल्तानपुर लोधी दे विच। हट्टी की है, हट्टी नहीं हट साहिब भी किया। छोटी नूं हट्टी कह देंदे, वड्डा हट ही है बाबा जी का। इस करके कहते जानो कि पुन ने ही शरीर धारण किया है। पुन ही शरीर धारण करके ते मोदी खाने विच बैठे होया दुकान कर लिया है। इस करके गरीबी भुख ते नंग ये तां कहंदे सुल्तानपुर लोधी नूं छड्ड के किसे पासे ही चले गए। सुल्तानपुर लोधी दी नंग भुख चुक दित्ती आ, पुन ने ही शरीर धारण करके आके दुकान कीती है। ते गरीबी कंगाली भुख नगनता ये कहंदे सारा नंग भुख जिहड़ा वा वो सुल्तानपुर लोधी नूं छड्ड के ही किसे पासे चले गया है। क्योंकि इन्ना दान, इन्ने दान दियां नहरां ही वगा दित्तियां महाराज साहब जी। इन्ने दान दे प्रवाह चला दिते हन। ते नगर दे जिन्ने माई भाई हैं वो हैरान होए पे, हैरान होए पे आ भी ये वाधा ही निकली जाता है। ते इन्नियां भीड़ां लगियां रहिंदियां मोदी खाने विच, ते इन्ना सौदा किधरों आउंदा? इन्नियां लैणां लगियां रहिंदियां, फिर बिना पैसे लैण तो भी दई जाते हैं। सारे नगर दे लोग माई भाई हैरान होए हन। ते मन विच अंदाजे लाउंदे वख वख तरह दे, अनुमान लाउंदे आ भी ये किवें इन्ना वाधा निकलदा। कई तां ख्याल करदे भी ऐतकी घाटा पै जाना, ऐतकी पै जाना, पर जदों लेखा हुंदा फिर वाधा निकलदा। पता नहीं उन्हां नूं फिर घाटा ही चाहीदा सी, वो सोचते ही घाटा रहिंदे सी। कई चुगली भी कर देंदे, निंदिया भी कर देंदे सी। उन्हां दा सुभाਅ ही इस तरह का सी। पर जदों लेखा होना तो फिर वाधा निकलना। मन अनुमानत मत जिन हारी, मन विच अनुमान लाउंदिआं कहंदे जिन्हां दी बुद्धि हार जांदी, बुद्धि थक जांदी। वेखो उस मौके ते भी लोकां दी बुद्धि जिहड़ी अंदाजे लाउंदी सी ते थक जांदी सी। हुण जिथे गुरु साहिब जी की जिहड़ी गल समझ ना आवे, बुद्धि थक जाती आ, बुद्धि हार जाती आ, ते फिर हारी होई बुद्धि जां ते फिर चुगली करेगी जां निंदिया करेगी। इहो ही गल होण वा जिथे सानू गुरु साहिब जी की बाणी की समझ नहीं आउंदी, गुरु साहिब जी के इतिहास की समझ नहीं आउंदी, गुरु साहिब जी दीआं एडियां वड्डियां करामातां शक्तियां समर्था की समझ नहीं आउंदी। उत्थे फिर कहिंदे भी किंतु परंतु कर दो। इत्थे हुण उत्थे कहिंदे भी इहदा खंडन कर दिओ भी ये इतिहास ही नहीं है, बाणी नहीं। क्यों?
क्योंकि बुद्धि हार गई, बुद्धि का बल थक गया। ਇਹਦਾ ਜ਼ਿਕਰ ਕੀਤਾ ਗੁਰਬਾਣੀ ਦੇ ਅੰਦਰ ਕਾਨੜੇ ਦੀ ਵਾਰ ਦੇ ਵਿੱਚ ਵੀ ਪਰਮੇਸ਼ਰ ਸਾਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਉਦਾਹਰਨ ਦਿੱਤੀ। ਕਹਿੰਦੇ ਵੀ ਪਰਮੇਸ਼ਰ ਦੀ ਸਮਰੱਥਾ, ਪਰਮੇਸ਼ਰ ਏਡਾ ਵੱਡਾ ਵਾ ਤੇ ਕਿੱਡਾ ਵੱਡਾ। ਹੁਣ ਉਹੀ ਚੀਜ਼ ਦੱਸੀ ਜਾਵੇਗੀ ਨਾ ਜਿਹੜੀ ਸਾਹਮਣੇ ਬੰਦੇ ਨੂੰ ਦਿਸਦੀ ਆ, ਉਹਦੀ ਉਦਾਹਰਨ ਦਿੱਤੀ ਗੁਰਬਾਣੀ ਵਿੱਚ। ਸਾਰੀਆਂ ਪਰਿਵਾਰ ਦੀਆਂ, ਸਮਾਜ ਦੀਆਂ, ਆ ਸਾਡੇ ਘਰ ਘਾਟ ਦੀਆਂ ਹੀ ਉਦਾਹਰਨਾਂ ਦਿੱਤੀਆਂ। ਮਹਾਰਾਜ ਨੇ ਆਖਿਆ ਪਰਮੇਸ਼ਰ ਇਸ ਤਰ੍ਹਾਂ ਵਾ ਜਿਵੇਂ ਸਮੁੰਦਰ ਵਾ, ਪਰਮੇਸ਼ਰ ਇਸ ਤਰ੍ਹਾਂ ਵਾ ਵੱਡਾ ਜਿਵੇਂ ਧਰਤੀ ਵੱਡੀ ਆ, ਪਰਮੇਸ਼ਰ ਇਸ ਤਰ੍ਹਾਂ ਵੱਡਾ ਵਾ ਜਿਵੇਂ ਸਮੁੰਦਰ ਵੱਡਾ ਵਾ। ਕਹਿੰਦੇ ਬੰਦੇ ਦੀ ਬੁੱਧੀ ਇਸ ਤਰ੍ਹਾਂ ਵਾ ਜਿਵੇਂ ਸੁਨਿਆਰੇ ਦੀ ਉਹ ਕੰਢੀ ਆ ਨਿੱਕੀ ਜੀ, ਉਹਨੂੰ ਤੇ ਕੰਡਾ ਵੀ ਨਹੀਂ ਕਿਹਾ ਜਾਂਦਾ। ਕੰਡਾ ਤੇ ਉਹ ਹੁੰਦਾ ਜਿਹੜਾ ਕੁਇੰਟਲ ਤੋਲਦਾ, ਜਾਂ ਕੰਡਾ ਤੇ ਉਹ ਹੁੰਦਾ ਜਿਹੜਾ ਟੰਨਾਂ ਨਾਲ ਤੋਲਦਾ। ਆ ਟਰੱਕ ਵੀ ਉੱਤੇ ਚੜ੍ਹ ਦਿੱਤੇ ਜਾਂਦੇ ਵੱਡੇ ਵੱਡੇ ਕੰਡਿਆਂ ਦੇ। ਹੁਣ ਸੁਨਿਆਰੇ ਨੇ ਤੇ ਤੋਲਣਾ ਹੁੰਦਾ ਰੱਤੀ, ਮਾਸਾ, ਸਟਾਂਕ, ਤੋਲਾ, ਇੰਨਾ ਕਿਤੇ ਉਹਦੇ ਕੋਲ ਨਿੱਕੀ ਜੀ ਕੰਡੀ ਹੁੰਦੀ ਹੈ ਤੇ ਨਿੱਕੇ ਨਿੱਕੇ ਵੱਟੇ ਹੁੰਦੇ ਆ। ਮਹਾਰਾਜ ਕਹਿੰਦੇ ਵੀ ਬੰਦੇ ਦੀ ਬੁੱਧੀ ਜਿਹੜੀ ਆ ਸੁਨਿਆਰੇ ਦੀ ਕੰਡੀ ਤਰ੍ਹਾਂ ਵਾ, ਤੇ ਗੁਰੂ ਪਰਮੇਸ਼ਰ ਹੈਗਾ ਵਾ ਧਰਤੀ ਦੀ ਤਰ੍ਹਾਂ, ਪਹਾੜ ਦੀ ਤਰ੍ਹਾਂ, ਸਮੁੰਦਰ ਦੀ ਤਰ੍ਹਾਂ। ਹੁਣ ਸੁਨਿਆਰਾ ਆਖੇ ਵੀ ਮੈਂ ਆਪਣੀ ਕੰਡੀ ਨਾਲ ਪਹਾੜ ਤੋਲ ਦੂੰਗਾ, ਲੱਗਾ ਰਹੇ ਸਾਰੀ ਜ਼ਿੰਦਗੀ ਲੱਗਾ ਰਹੇ, ਪਹਾੜ ਕਿੱਥੋਂ ਤੋਲਿਆ ਜਾਣਾ ਨਿੱਕੀ ਜੀ ਕੰਡੀ ਨਾਲ। ਪਹਿਲੀ ਗੱਲ ਤੇ ਉਹ ਟੁੱਟ ਹੀ ਜਾਣੀ ਤੋੜਦਿਆਂ। ਕੋਈ ਵੱਡਾ ਹਰਾ ਪੱਥਰ ਜਿਹਾ ਉੱਤੇ ਰੱਖ ਦਿੱਤਾ ਪਹਾੜ ਦਾ ਤੇ ਟੁੱਟ ਜਾਣੀ ਕੰਡੀ। ਸਾਡੀ ਬੁੱਢੀ ਦੀਆਂ ਵੀ ਜਿਹੜੀਆਂ ਤੜਾਗੀਆਂ ਜੀਆਂ ਟੁੱਟ ਹੀ ਜਾਣੀਆਂ ਵਾ। ਪਰਮੇਸ਼ਰ ਵੱਡਾ ਵਾ, ਇਹ ਬੁੱਧੀ ਉਹਨੇ ਬਣਾਈ ਆ, ਉਹ ਕਰਤਾ ਵਾ, ਇਹ ਕਿਰਤ ਵਾ। ਹੁਣ ਕਿਰਤ ਕਰਤੇ ਨੂੰ ਸਾਰਾ ਕਿਵੇਂ ਸਮਝ ਸਕੇ? ਕਰਤੇ ਕੀ ਮਿਤ ਨਾ ਜਾਣੈ ਕੀਆ, ਪਿਤਾ ਕਾ ਜਨਮ ਕੇ ਜਾਣੈ ਪੂਤ। ਬੇਅੰਤ ਬਚਨ ਕਹੇ ਮਹਾਰਾਜ ਨੇ ਬਾਣੀ ਦੇ ਵਿੱਚ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਵਾ ਗੁਰੂ ਦੀ ਗੱਲ, ਜਿੱਥੇ ਫਿਰ ਸਮਝ ਨਹੀਂ ਨਾ ਆਉਂਦੀ, ਜਿੱਥੇ ਹੈਰਾਨ ਹੋ ਜਾਂਦਾ, ਉੱਥੇ ਫਿਰ ਜਾਂ ਦੋ ਗੱਲਾਂ ਵਾ। ਜਿਹੜਾ ਸ਼ਰਧਾ ਵਾਲਾ ਵਾ ਉਹ ਤੇ ਫਿਰ ਵਿਸਮਾਦ, ਉਹ ਤੇ ਫਿਰ ਗੁਰੂ ਕੇ ਪ੍ਰੇਮ ਦੇ ਵਿੱਚ ਲੀਨ ਹੋ ਜਾਂਦਾ। ਜਿਨ੍ਹਾਂ ਨੇ ਮਹਾਰਾਜ ਦੀ ਵਡਿਆਈ ਨੂੰ ਵੇਖਿਆ, ਜਿਹੜੇ ਨਹੀਂ ਸਮਝ ਸਕੇ ਉਹਨਾਂ ਨੇ ਫਿਰ ਨਿੰਦਿਆ ਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਕਹਿੰਦੇ ਆ ਵੀ ਹੈਰਾਨ ਮਾਈ ਭਾਈ ਸਾਰੇ ਹੈਰਾਨ ਹੋ ਗਏ। ਸੁਲਤਾਨਪੁਰ ਲੋਧੀ ਦੇ ਜਿੰਨੇ ਵੀ ਆ ਤੇ ਮਨ ਵਿੱਚ ਵੱਖਰੇ ਵੱਖਰੇ ਅਨੁਮਾਨ ਲੱਗ ਪਏ, ਜਿਨ੍ਹਾਂ ਦੀ ਮੱਤ ਹਾਰ ਗਈ, ਥੱਕ ਗਈ ਹੈ, ਸਮਝ ਕੋਈ ਨਹੀਂ ਆਉਂਦੀ ਵੀ ਇੰਨਾ ਸੌਦਾ ਕਿਵੇਂ ਵੰਡੀ ਜਾਂਦੇ ਮੋਦੀ ਖਾਨੇ ਦੇ ਵਿੱਚੋਂ, ਕਿੱਧਰੋਂ ਆਈ ਜਾਂਦਾ ਇੰਨਾ ਸੌਦਾ, ਕਿਵੇਂ ਇੰਨੀਆਂ ਲੈਣਾ ਲੱਗੀਆਂ ਹੋਈਆਂ। ਬੁੱਧੀ ਜਿਹੜੀ ਹੈ ਉਹ ਸਮਝ ਤੋਂ ਹਾਰ ਗਈ। ਕਈ ਅੰਦਾਜ਼ਾ ਲਾਉਂਦੇ ਆ ਸ਼ਹਿਰ ਵਾਲੇ, ਉਹ ਕਹਿੰਦੇ ਇਹਨਾਂ ਕੋਲੇ ਕੋਈ ਰਸਾਇਣ ਵਾ, ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਕੋਈ ਇਹਨਾਂ ਕੋਲੇ ਪਾਰਾ ਹੈ, ਕੋਈ ਪਾਰਾ ਮਾਰਿਆ ਹੋਇਆ, ਕੋਈ ਰਸਾਇਣ ਤਿਆਰ ਕੀਤੀ ਹੋਈ ਹੈ ਜਿਹਦੇ ਨਾਲ ਇਹ ਇਸ ਤਰੀਕੇ ਦੇ ਨਾਲ ਇਹ ਆਪਣਾ ਸਾਰਾ ਕੰਮ ਚਲਾਉਂਦੇ ਹਨ। ਤੇ ਕਈ ਕਹਿੰਦੇ ਨਹੀਂ ਭਾਈ ਇਹ ਧਰਮੀ ਬੰਦਾ ਹੈ। ਕਈਆਂ ਨੇ ਬੰਦਾ ਹੀ ਆਖਿਆ ਮਹਾਰਾਜ ਨੇ ਆਪ ਵੀ ਕਿਹਾ, ਤੇ ਕਈਆਂ ਨਿੰਦਕਾਂ ਨੇ ਤੇ ਨਿੰਦਿਆ ਵੀ ਕੀਤੀ ਆ ਨਾ। ਉਹ ਵੀ ਬਚਨ ਇੱਥੋਂ ਦਾ ਹੀ ਆ। ਮਹਾਰਾਜ ਨੇ ਆਖਿਆ ਵੀ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ। ਕਈ ਕਹਿੰਦੇ ਨਹੀਂ ਸਾਡੇ ਨਾਲੋਂ ਵੱਧ ਕੀ ਆ, ਸਾਡੇ ਵਰਗਾ ਹੀ ਆਦਮੀ ਆ। ਕੋਈ ਆਖੇ ਵੀ ਆਦਮੀ ਨਾਨਕ ਵਿਚਾਰਾ। ਤੇ ਕਈ ਕਹਿੰਦੇ ਆ ਵੀ ਇਹ ਧਰਮ, ਇਹਨਾਂ ਨੇ ਧਰਮ ਧਾਰਨ ਕੀਤਾ ਹੋਇਆ, ਇਸ ਕਰਕੇ ਧਰਮ ਇਹਨਾਂ ਦੇ ਵਿੱਚ ਵਾਧਾ ਕਰਦਾ ਹੈ, ਧਰਮ ਬਰਕਤ ਪਾਉਂਦਾ ਹੈ, ਧਰਮ ਵਧਾਉਂਦਾ ਹੈ। ਕਈ ਕਹਿੰਦੇ ਨਹੀਂ ਭਾਈ ਇਹ ਕੋਈ ਸ਼ਕਤੀਵਾਨ ਆ, ਕਲਾਵਾਨ ਵਾ, ਇਹਨਾਂ ਕੋਲੇ ਕੋਈ ਕਲਾ ਵਾ, ਉਸ ਕਲਾ ਦੇ ਨਾਲ ਹੀ ਆਪਣਾ ਸੌਦਾ ਵਧਾ ਲੈਂਦੇ, ਤਾਂ ਨਹੀਂ ਗਾ ਇੱਥੇ ਘਾਟਾ ਪੈਂਦਾ, ਤਾਂ ਇੰਨੀਆਂ ਬਰਕਤਾਂ ਪੈਂਦੀਆਂ। ਕੋਈ ਕਹਿੰਦਾ ਹੈ ਕਿ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਵਾ ਕਿ ਸ੍ਰੀ ਨਾਨਕ ਜੀ ਕੋਲੇ ਪਾਰਸ ਵਾ, ਪਾਰਸ। ਇਹ ਕਿਤੇ ਲੋਹੇ ਨੂੰ ਲਾ ਕੇ, ਤਾਂਬੇ ਨੂੰ ਲਾ ਕੇ ਸੋਨਾ ਬਣਾ ਲੈਂਦੇ ਆ ਤੇ ਉਹ ਸੋਨਾ ਵੇਚ ਲੈਂਦੇ ਹੋਣੇ ਤੇ ਉਹਦਾ ਸੌਦਾ ਲੈ ਆਉਂਦੇ ਆ। ਇਹਨਾਂ ਕੋਲੇ ਪਾਰਸ ਲੱਗਦਾ ਵਾ, ਪਾਰਸ ਹੋਣਾ ਇਹਨਾਂ ਕੋਲੇ, ਜਿਸ ਕਰਕੇ ਇੰਨਾ ਸਾਰੀ ਦਿਹਾੜੀ ਸੌਦਾ ਜਿਹੜਾ ਵੰਡਣਾ ਫ੍ਰੀ ਦੇ ਵਿੱਚ ਕਿੱਥੋਂ ਆਉਂਦਾ ਵਾ। ਹੁਣ ਕੌਣ ਦੱਸੇ ਵੀ ਇਹ ਪਾਰਸਾਂ ਦਾ ਪੈਦਾ ਕਰਨ ਵਾਲਾ ਆਪ ਬੈਠਾ ਹੈ। ਪਾਰਸ ਕੀ ਵੱਡੀ ਚੀਜ਼ ਹੈ ਮਹਾਰਾਜ ਦੇ ਅੱਗੇ। ਇਸ ਕਰਕੇ ਕੋਈ ਪਾਰਸ ਕਹਿੰਦਾ ਕਿ ਇਹਨਾਂ ਦੇ ਪਾਸ ਪਾਰਸ ਹੈ, ਕੋਈ ਕਹਿੰਦਾ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਕਿਸੇ ਦੇਵਤੇ ਨੇ ਵਰ ਦਿੱਤਾ ਇਹਨਾਂ ਨੂੰ। ਹੁਣ ਦੇਵਤੇ ਦੇ ਮੱਥੇ ਟੇਕਦੇ ਪਏ ਆ,
ਦੇਵੀਆਂ ਤੇ ਡੰਡੌਤ ਕਰਦੀਆਂ ਪਈਆਂ ਬਾਬਾ ਜੀ ਨੂੰ। ਭਾਈ ਭਗੀਰਥ ਜੀ ਪੂਰੇ ਉਪਾਸ਼ਕ ਸੀ ਕਾਲੀ ਦੇਵੀ ਦੇ, ਬੜੀ ਭਾਵਨਾ ਦੇ ਨਾਲ, ਚੌਧਰੀ ਸੀ ਮਲਸੀਆਂ ਦੇ, ਭਾਵਨਾ ਨਾਲ ਦੇਵੀ ਦੀ ਸੇਵਾ ਕਰਿਆ ਕਰਦੇ ਸਨ। ਇੱਕ ਦਿਨ ਸਾਰੀ ਰਾਤ ਹੀ ਲੰਘ ਗਈ ਮੰਦਿਰ 'ਚ ਬੈਠੇ ਆਂ, ਪ੍ਰੇਮ 'ਚ ਬੈਠੇ ਦੇਵੀ ਦੇ ਪ੍ਰੇਮ ਦੇ ਵਿੱਚ। ਇਸੇ ਹੀ ਇਤਿਹਾਸ ਵਿੱਚ ਅੱਗੇ ਆ ਕੇ ਜ਼ਿਕਰ ਆ ਜਾਣਾ। ਤੇ ਦੇਵੀ ਦਾ ਦਰਸ਼ਨ ਪ੍ਰਾਪਤ ਹੋ ਗਿਆ। ਉਹਨੇ ਆਖਿਆ, ਦੱਸ ਭਗਤਾ ਕੀ ਚਾਹੀਦਾ? ਤੇ ਚੌਧਰੀ ਭਾਈ ਭਗੀਰਥ ਕਹਿੰਦਾ, ਹੈ ਮਲਸੀਆਂ ਵਾਲਾ, ਕਹਿੰਦਾ ਮਾਂ ਮੁਕਤੀ ਚਾਹੀਦੀ ਹੈ। ਉਹਨੇ ਕਿਹਾ, ਮੁਕਤੀ ਨਹੀਂ ਮੈਂ ਦੇ ਸਕਦੀ, ਕਿਉਂਕਿ ਜਿਹੜੀ ਚੀਜ਼ ਜਿਹਦੇ ਕੋਲੇ ਆਏ ਉਹਨੇ ਉਹੀ ਦੇਣੀ ਆ। ਜਿੱਥੋਂ ਕਤੀਕ ਕਿਸੇ ਦਾ ਉਹਦਾ ਵਾ, ਜਿੰਨੀ ਸਮਰੱਥਾ ਉਹ ਉਨਾ ਕੁਝ ਹੀ ਦਊਗਾ ਨਾ। ਹੁਣ ਮੁੱਖ ਮੰਤਰੀ ਵਾਲੀ ਜਿਹੜੀ ਕੋਈ ਪਾਵਰ ਵਾ, ਹੁਣ ਥੱਲਾ ਕੋਈ ਸਿਪਾਹੀ ਤੇ ਨਹੀਂ ਨਾ ਉਹ ਕਰ ਸਕਦਾ ਕੰਮ, ਉਹਨੇ ਹੀ ਕਰਨਾ। ਤੇ ਉਹਦੇ ਤੋਂ ਉੱਤੇ ਵੀ ਜਿਹੜਾ ਉਹਨੇ ਕਰਨਾ ਹੋਊਗਾ। ਉਹਨੇ ਕਿਹਾ ਵੀ ਭਗਤਾ ਹੋਰ ਕੋਈ ਪਦਾਰਥ ਮੰਗ ਲਾ, ਉਹ ਦੇ ਦਿੰਨੀ ਆ, ਪਰ ਜੇ ਮੁਕਤੀ ਲੈਣੀ ਨਾ ਤੇ ਮੁਕਤੀ ਦਾ ਦਾਤਾ ਸੁਲਤਾਨਪੁਰ ਲੋਧੀ ਦੇ ਵਿੱਚ ਮੋਦੀ ਖਾਨੇ ਵਿੱਚ ਬੈਠਾ। ਸਤਿ ਸ੍ਰੀ ਅਕਾਲ। ਇਹ ਜ਼ਿਕਰ ਆਪਾਂ ਗੁਰਬਾਣੀ ਚੋਂ ਵੀ ਪੜ੍ਹ ਸਕਦੇ ਹਾਂ। ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਹੇ ਦੇਵੀ, ਉਂਝ ਤੇ ਤੂੰ ਭਵਾਨੀ ਕਹਾਉਣੀ ਆਪਣੇ ਆਪ ਨੂੰ, ਪਰ ਜਦੋਂ ਭਗਤਾਂ ਨੂੰ ਮੁਕਤੀ ਦੇਣ ਦੀ ਵਾਰੀ ਆਉਂਦੀ ਫਿਰ ਕਿੱਥੇ ਛਪ ਜਾਨੀ। ਉਹਨੇ ਕਿਹਾ ਕਿ ਜੇ ਮੁਕਤੀ ਲੈਣੀ ਤੇ ਫਿਰ ਮੁਕਤੀ ਦਾਤੇ ਕੋਲੇ ਚਲੇ ਜਾਓ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ। ਫਿਰ ਭਾਈ ਭਗੀਰਥ ਜੀ ਇੱਥੇ ਆਏ, ਮਹਾਰਾਜ ਨੂੰ ਨਮਸਕਾਰ ਕੀਤੀ ਤੇ ਸਤਿਗੁਰੂ ਕਹਿੰਦੇ, ਆ ਦੇਵੀ ਦੇ ਉਪਾਸ਼ਕਾ, ਅੰਤਰਜਾਮੀ ਸਤਿਗੁਰੂ ਜੀ। ਫਿਰ ਮਹਾਰਾਜ ਤੋਂ ਸਿੱਖੀ ਪ੍ਰਾਪਤ ਕੀਤੀ, ਗੁਰੂ ਸਾਹਿਬ ਜੀ ਦੀ ਸੇਵਾ 'ਚ ਹਾਜ਼ਰ ਹੋ ਗਏ। ਤੇ ਫਿਰ ਜਿੱਥੇ ਹੋਰ ਸੇਵਾ ਕਰਦੇ ਸੀ ਉੱਥੇ ਗੁਰੂ ਜੀ ਵਾਸਤੇ ਅੰਮ੍ਰਿਤ ਵੇਲੇ ਦਾਤਨ ਕਰਨ ਵਾਸਤੇ ਵੀ ਲਿਆਉਂਦੇ ਸੀ। ਹੁਣ ਇੱਥੇ ਕਈ ਸੁਲਤਾਨਪੁਰ ਦੇ ਵਾਸੀ ਜਿਹੜੇ ਆ ਉਹ ਅਨੁਮਾਨ ਲਾ ਰਹੇ ਆ, ਉਹ ਕਹਿੰਦੇ ਆ ਵੀ ਕਿਹੇ ਬਰ ਦੀਨੋ ਦੇਵਾ, ਕੋ ਕਹੇ ਕਿਹੇ ਬਰ ਦੀਨੋ ਦੇਵਾ। ਕਈ ਕਹਿੰਦੇ ਆ ਵੀ ਇਸ ਤਰ੍ਹਾਂ ਸਾਨੂੰ ਲੱਗਦਾ ਹੈ ਵੀ ਤਾਂ ਇਹ ਇੰਨੀਆਂ ਦਾਤਾਂ ਦੇਈ ਜਾਂਦੇ ਆ, ਇੰਨਾ ਸੌਦਾ ਤੋਲ ਕੇ ਦੇਈ ਜਾਂਦੇ ਆ ਫਰੀ ਖਾਤੇ। ਕਿਸੇ ਦੇਵਤੇ ਨੇ ਇਹਨਾਂ ਨੂੰ ਵਰਦਾਨ ਦਿੱਤਾ ਹੋਣਾ। ਹੁਣ ਅਣਜਾਣਪੁਣੇ ਵਿੱਚ ਅਨੁਮਾਨ ਹੀ ਲਾ ਰਹੇ ਨਾ। ਅਨੁਮਾਨ ਕੋਈ ਕਿਸ ਤਰ੍ਹਾਂ ਦਾ ਵੀ ਲਾ ਸਕਦਾ, ਆਪਣੀ ਬੁੱਧੀ ਦੇ ਅਨੁਸਾਰ ਅੰਦਾਜ਼ਾ ਹੀ ਲਾ ਰਹੇ। ਪਰ ਜਿੰਨੇ ਦੇਵੀ ਦੇਵਤੇ ਆ ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਭੱਟ ਸਾਹਿਬਾਨ ਕਹਿੰਦੇ ਆ। ਭੱਟਾਂ ਦੇ ਸਵਈਏ ਪੜ੍ਹੀਏ ਨਾ, 10 ਸਵਈਏ ਆ, ਸਵਈਏ ਮਹੱਲੇ ਪਹਿਲੇ ਕੇ, ਜੋ ਪਹਿਲੇ ਪਾਤਸ਼ਾਹ ਦੀ ਉਸਤਤੀ ਦੇ ਵਿੱਚ ਕੱਲ ਭੱਟ ਜੀ ਨੇ ਉਚਾਰਨ ਕੀਤੇ। ਤੇ ਉਹਨਾਂ 10 ਸਵਈਆਂ ਦੇ ਵਿੱਚ 4 ਯੁੱਗਾਂ ਦੇ ਸਿਮਰਨ ਭਗਤੀ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਕਿ 4 ਯੁੱਗਾਂ ਵਾਲੇ ਰਿਸ਼ੀਆਂ ਮੁਨੀਆਂ ਨੇ, ਭਗਤਾਂ ਸੰਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਸ ਗਾਇਆ। 4 ਯੁੱਗਾਂ ਸਤਯੁਗ ਵਾਲਿਆਂ ਨੇ, ਤ੍ਰੇਤੇ ਵਾਲਿਆਂ ਨੇ, ਦੁਆਪਰ ਵਾਲਿਆਂ ਨੇ ਤੇ ਕਲਯੁਗ ਦੇ ਭਗਤਾਂ ਨੇ। ਤੇ ਪਹਿਲੇ ਸਵਈਏ 'ਚ ਇਸ ਤਰ੍ਹਾਂ ਜ਼ਿਕਰ ਕੀਤਾ ਵਾ, ਕੱਲ ਭੱਟ ਜੀ ਨੇ, ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਪਰਮ ਗੁਰੂ ਵੱਡੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ। ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਕੱਲ ਭੱਟ ਜੀ ਕਹਿੰਦੇ ਇੰਦਰ ਦੇਵਤੇ ਤੋਂ ਲੈ ਕੇ ਸਾਰੇ ਦੇਵਤੇ, ਸਾਰੀਆਂ ਦੇਵੀਆਂ, ਸਾਰੇ ਭਗਤ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਸ ਗਾਉਂਦੇ ਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਤਿਗੁਰ ਨਾਨਕ ਦੇਵ, ਦੇਵ ਦੇਵੀ ਸਭ ਧਿਆਵੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਸਭ ਦੇਵਤੇ ਸਭ ਦੇਵੀਆਂ ਧਿਆਉਂਦੇ ਆ। ਤੇ ਕੋਈ ਇਸ ਤਰ੍ਹਾਂ ਦਾ ਅਨੁਮਾਨ ਲਾਈ ਜਾਂਦਾ ਹੈ, ਤੇ ਕੋਈ ਕਹਿੰਦਾ ਕਿ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਵੀ ਇਹਨਾਂ ਨੇ ਕੋਈ ਤੰਤਰ ਸਾਧੇ ਹੋਏ ਆ, ਕੋਈ ਜੰਤਰ ਮੰਤਰ ਕੀਤੇ ਹੋਏ ਆ ਇਹਨਾਂ ਨੇ, ਕੋਈ ਤਾਂਤਰਿਕ ਸੇਵਾ ਕੀਤੀ ਹੋਈ ਆ, ਕੋਈ ਤੰਤਰ ਸਾਧੇ ਹੋਏ ਹਨ ਇਹਨਾਂ ਨੇ। ਤੇ
ਤੇ ਕੋਈ ਕਹਿੰਦਾ ਹੈ ਵੀ ਨਹੀਂ ਭਾਈ ਤੁਸੀਂ ਸਾਰੇ ਹੋਰ ਗੱਲਾਂ ਅੰਦਾਜ਼ੇ ਲਾਈ ਜਾਂਦੇ ਜੇ, ਮੇਰੀ ਗੱਲ ਸੁਣੋ, ਇਹ ਤਾਂ ਪੂਰਾ ਭਗਤ ਹੈ ਪਰਮੇਸ਼ਰ ਦਾ, ਤਾਂ ਨਹੀਂ ਇਹਦੇ ਕੰਮ ਦੇ ਵਿੱਚ ਘਾਟਾ ਪੈਂਦਾ, ਤਾਂ ਮੋਦੀਖਾਨੇ ਵਿੱਚ ਇੰਨੀਆਂ ਬਰਕਤਾਂ ਪੈਂਦੀਆਂ, ਇਹ ਪ੍ਰਭੂ ਦਾ ਪੂਰਾ ਭਗਤ ਹੈ। ਇਸ ਕਰਕੇ ਸੋਭਾ ਵਾਲਾ ਉਹ ਹਰੀ ਪਰਮੇਸ਼ਰ ਆਪਣੇ ਭਗਤ ਦਾ ਖਜ਼ਾਨਾ ਖਾਲੀ ਨਹੀਂ ਹੋਣ ਦਿੰਦਾ। ਕੋਈ ਕਹਿੰਦਾ ਹੈ ਵੀ ਨਹੀਂ ਇਹਨਾਂ ਕੋਲੇ ਰਿੱਧੀ ਸਿੱਧੀ ਆ, ਰਿੱਧੀ ਸਿੱਧੀ ਕਰਕੇ ਬਰਕਤਾਂ ਪੈਂਦੀਆਂ ਹਨ, ਤਾਂ ਇਹ ਸ੍ਰੀ ਨਾਨਕ ਜੀ ਜੋ ਗਰੀਬਾਂ ਨੂੰ ਦਾਨ ਦੇਈ ਜਾਂਦੇ ਇੰਨਾ ਖੁੱਲਾ। ਹੁਣ ਅਸਲੀ ਗੱਲ ਹੁਣ ਆਉਣ ਲੱਗੀ ਆ। ਕਹਿੰਦੇ ਪਿੱਛੇ ਜਿਹੜੇ ਅੰਦਾਜ਼ੇ ਲਾਏ ਉਹ ਤਾਂ ਸਾਰਿਆਂ ਨੇ ਆਪੋ ਆਪਣੀ ਮੱਤ ਮੁਤਾਬਕ ਤੇ ਅੰਦਾਜ਼ੇ ਲਾਏ, ਤੇ ਉਹ ਸਾਰੇ ਹੀ ਹੋਣੇ ਆ ਅੰਦਾਜ਼ੇ, ਮਹਾਰਾਜ ਦੀ ਅਵਸਥਾ ਦੇ ਬਰਾਬਰ ਨਹੀਂ ਪੂਰੇ ਟੁਕਦੇ। ਪਰ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਸੀ, ਜਿਨ੍ਹਾਂ ਤੇ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਜਿਨ੍ਹਾਂ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਇੱਥੋਂ ਦੇ ਵਾਸੀਆਂ ਦੇ ਹਿਰਦੇ ਦੀ ਅਵਿਦਿਆ ਅਗਿਆਨਤਾ ਵਾਹਿਗੁਰੂ ਨੇ ਆਪਣੀ ਦ੍ਰਿਸ਼ਟੀ ਦੇ ਨਾਲ ਦੂਰ ਕਰ ਦਿੱਤੀ, ਜਿਨ੍ਹਾਂ ਦਾ ਅਗਿਆਨ ਕੱਟ ਦਿੱਤਾ, ਉਹ ਜਾਣਦੇ। ਕਹਿੰਦੇ ਭਾਈ ਹੋਰ ਨਹੀਂ ਕੋਈ ਗੱਲ, ਇਹ ਪਰਮੇਸ਼ਰ ਆਪ ਹੀ ਬੈਠੇ ਆ ਕੇ ਇੱਥੇ, ਇਹ ਪਰਮੇਸ਼ਰ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਰੂਪ ਦੇ ਵਿੱਚ ਮੋਦੀਖਾਨੇ ਵਿੱਚ ਆਪ ਬੈਠੇ ਹਨ। ਇਹ ਤਾਂ ਪਰਮੇਸ਼ਰ ਅਵਤਾਰ ਧਾਰ ਕੇ ਤੇ ਸੰਸਾਰ ਦੇ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਆਏ ਆ, ਇਹ ਪਰਮੇਸ਼ਰ ਦਾ ਅਵਤਾਰ ਵਾ। ਪਰ ਅਸਲ ਗੱਲ ਇਹੀ ਹੈ ਸਾਧ ਸੰਗਤ ਜੀ, ਜਿਨ੍ਹਾਂ ਨੂੰ ਇਹ ਸਮਝ ਪਈ, ਜਿਨ੍ਹਾਂ ਨੂੰ ਗਿਆਨ ਹਾਸਲ ਹੋਇਆ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਆ, ਆਦਿ ਨਿਰੰਜਨ ਹੈ ਗੁਰ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰਿ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਸਤਿਗੁਰੂ ਜੀ, ਗੁਰੂ ਕੀ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਆਪ ਜੀ ਦੀ ਸੇਵਾ ਚਰਨ ਸਹਿਤ ਬੇਨਤੀ ਹੈ। ਕੱਲ ਨੂੰ ਅਮਾਵਸ ਦਾ ਦਿਹਾੜਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੋਵੇਗਾ। ਅੰਮ੍ਰਿਤ ਅਭਿਲਾਖੀ ਸਮੇਂ ਸਿਰ ਪਹੁੰਚ ਕਰਕੇ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਔਰ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਸੋ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਅਰਖੋਵਾਲ ਵਾਲੇ ਮਹਾਂਪੁਰਖ ਹਾਜ਼ਰੀ ਭਰਨਗੇ। ਗੁਰੂ ਕੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਜੀ। ਔਰ ਪਰਸੋਂ ਨੂੰ ਪਹਿਲਾ ਪ੍ਰਕਾਸ਼ ਗੁਰਪੁਰਬ ਹੈ ਮਹਾਰਾਜ ਸਾਹਿਬ ਜੀ ਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਜਗਤ ਗੁਰੂ ਜੀ ਦਾ ਵਿਆਹ ਗੁਰਪੁਰਬ 1, 2 ਤੇ 3 ਤਰੀਕ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। 1 ਤਰੀਕ ਨੂੰ ਬਟਾਲੇ ਦੀ ਧਰਤੀ ਤੋਂ ਸੰਗਤਾਂ ਚੱਲ ਕੇ ਸ਼ਾਮ ਨੂੰ ਇੱਥੇ ਪਹੁੰਚਣਗੀਆਂ, ਰਾਤ ਦੇ ਦੀਵਾਨ ਸਜਣਗੇ। 2 ਸਤੰਬਰ ਨੂੰ ਸਵੇਰੇ 7 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਔਰ ਜੋ ਬਟਾਲੇ ਦੀ ਧਰਤੀ ਤੇ ਪਹੁੰਚ ਕੇ ਸੰਪੂਰਨਤਾ ਹੀ ਹੋਵੇਗੀ। ਸਵੇਰੇ 7 ਵਜੇ ਨਗਰ ਕੀਰਤਨ ਦੀ ਆਰੰਭਤਾ ਹੋ ਜਾਣੀ ਹੈ। ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਆਪੋ ਆਪਣੇ ਸਾਧਨ ਲੈ ਕਰਕੇ ਜੋ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ, ਗੱਡੀਆਂ, ਟਰੈਕਟਰ, ਟਰਾਲੀਆਂ, ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। 3 ਸਤੰਬਰ ਨੂੰ ਮਹਾਰਾਜ ਸਾਹਿਬ ਜੀ ਦਾ ਵਿਆਹ ਗੁਰਪੁਰਬ ਹੈ। 2 ਤਰੀਕ ਨੂੰ ਇੱਥੋਂ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ, ਹਜੂਰੀ ਰਾਗੀ ਜਥਾ ਭਾਈ ਸਰਬਜੀਤ ਸਿੰਘ ਜੀ, ਉਹ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਜੋੜਨਗੇ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। हे गोविंद हे गोपाल हे दयाल लाल, प्राणनाथ अनाथ सखे दीन दर्द निवार, हे समरथ अगम पूरन मोहे मैया तार, अंधकूप महाभयान नानक पारे उतार, आए तब शरणागति कृपा निध दयाल,
ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।